ਸਤਨਾਮ ਕਰਤਾ ਪੁਰਖ ਨਿਰਭਉ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਾਰੋਂ ਤਾਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ। ਸਤਨਾਮ ਵਾਹਿਗੁਰੂ ਸਾਹਿਬ ਜੀਓ ਦੋਹਰਾ ਭਾਣ ਹੋਤ ਜਗ ਜਾਸਤੇ
ਰਜੂ ਭੁਜੰਗ ਸਮਾਨ, ਮਾਨ ਹਾਨ ਕਰ ਜਾਨ ਤਿਹ, ਤਮ ਅਨਾਦ ਕਹ ਭਾਨ, ਭਾਨ ਹੋਤ ਜਗ ਜਾਸ ਤੇ, ਰਜੂ ਭੁਜੰਗ ਸਮਾਨ, ਮਾਨ ਹਾਨ ਕਰ ਜਾਨ ਤਿਹ, ਤਮ ਅਨਾਦ ਕਹ ਭਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ ਜਹਰਾ ਜਹੂਰ, ਦੀਨਾ ਬੰਧੂ ਭਗਤ ਵਛਲ, ਮਿਹਰਾਮਤਾਂ ਦਾ ਸਾਗਰ, 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ, ਕਰੁਣਾ ਨਿਧਾਨ ਜਗ ਦਾਤੇ, ਧੰਨ 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 ਸਾਹਿਬਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਵਡਭਾਗੇ ਹੋ ਜਿਨ੍ਹਾਂ ਨੂੰ ਸੰਧਿਆ ਸਮੇਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਉਥੇ ਨਾਲ ਹੀ ਆਪ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹੋ। ਧੰਨ 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 ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਜੀਵਨ ਇਤਿਹਾਸ ਗਾਥਾ ਆਪ ਜੀ ਸ਼ਰਵਣ ਕਰਨ ਵਾਸਤੇ ਕੰਮਾਂ ਕਾਰਾਂ ਨੂੰ ਸੰਕੋਚਦਿਆਂ ਹੋਇਆਂ ਨਿਤਾ ਪ੍ਰਤੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕਰ ਆਪਣੇ ਨੇਤਰਾਂ ਨੂੰ ਸਫਲਿਆਂ ਕਰਦੇ ਹੋ। ਮਨੁੱਖਾ ਜੋਨੀ ਨੂੰ ਭਾਈ ਆਪ ਸਭ ਸਫਲਾ ਬਣਾ ਰਹੇ ਹੋ। ਜਿਵੇਂ ਵੀ ਪਿੱਛੇ ਆਪ ਜੀਆਂ ਦੀ ਬਾਣ ਵਿੱਚ ਪ੍ਰਸੰਗ ਸ਼ਰਵਣ ਕੀਤਾ ਹੈ, ਇਸ ਗ੍ਰੰਥ ਦਾ ਮੁੱਢ ਕਿਵੇਂ ਵੱਜਾ, ਚਾਹੇ ਕਵੀ ਜੀਆਂ ਇਹਦੇ ਪਹਿਲੇ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਸੰਪੂਰਨ ਕਰ ਲਿਆ ਸੀ, ਫਿਰ ਜਿਵੇਂ ਇਸ ਗ੍ਰੰਥ ਦਾ ਲਿਖਣ ਦਾ ਕਵੀ ਸੰਤੋਖ ਸਿੰਘ ਦਾ ਮਨ ਦਾ ਫੁਰਨਾ ਬਣਨਾ, ਰਾਜਾ ਉਦੈ ਸਿੰਘ ਦੀ ਭਾਈ ਸਾਹਿਬ ਦੀ ਮਦਦ ਕਰਨੀ, ਪਟਿਆਲੇ ਵਾਲੇ ਰਾਜ ਘਰਾਣੇ ਬਾਬਾ ਆਲਾ ਸਿੰਘ ਜੀ ਦੀ ਅੰਸ ਬੰਸ ਚੋਂ ਇਹ ਇਤਿਹਾਸ, ਭਾਈ ਉਦੈ ਸਿੰਘ ਜੀ ਮਹਾਰਾਜਾ ਕੈਂਥਲ ਇਹਨਾਂ ਦੇ ਪਾਸ ਆਉਣਾ, ਕਵੀ ਸੰਤੋਖ ਸਿੰਘ ਜੀ ਇਹ ਸਾਰੇ ਵਾਰਤਕ ਇਤਿਹਾਸ ਨੂੰ ਕਾਵ ਰਚਨਾ ਅੰਦਰ ਲਿਖਣਾ, ਇਹ ਸਾਰਾ ਪ੍ਰਸੰਗ ਆਪਾਂ ਪਿੱਛੇ ਸਭ ਜੀਆਂ ਵਿਚਾਰਿਆ ਸੁਣਿਆ ਹੈ। ਇਸ ਕਰਕੇ ਫਿਰ ਇਹ ਸਾਰਾ ਇਤਿਹਾਸ ਉਹ ਇਤਿਹਾਸ ਹੈ ਜਿਹੜਾ ਸਤਿਪੁਰਖ ਮਹਾਂਪੁਰਸ਼ ਬਾਬਾ ਰਾਮ ਕੋਇਰ ਜੀ, ਜਿਹੜੇ ਬਾਅਦ ਵਿੱਚ ਅੰਮ੍ਰਿਤ ਛਕ ਕੇ ਭਾਈ ਗੁਰਬਖਸ਼ ਸਿੰਘ ਹੋਏ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬੜਾ ਸਮਾਂ ਜਿਨ੍ਹਾਂ ਨੇ ਸੰਗਤ ਕੀਤੀ, ਦਰਸ਼ਨ ਪਰਸੇ, ਸੇਵਾ ਕੀਤੀ, ਤਿਨਾਂ ਦੇ ਮੁਖਾਰ ਬਿੰਦ ਤੋਂ ਇਹ ਸਾਰਾ ਉਚਾਰਿਆ ਹੋਇਆ ਇਤਿਹਾਸ ਵਾਰਤਕ ਰੂਪ ਵਿੱਚ ਜਿਹੜਾ ਭਾਈ ਸਾਹਿਬ ਸਿੰਘ ਜੀਆਂ ਲਿਖਿਆ, ਕਵੀ ਜੀਆਂ ਨੂੰ ਫਿਰ ਕਲਮਬੰਦ ਕੀਤਾ ਕਾਵ ਰਚਨਾ ਅੰਦਰ ਛੰਦਾਬੰਦੀ ਵਿੱਚ। ਇਸ ਕਰਕੇ ਕਵੀ ਜੀ ਫਿਰ ਸਰੋਤਿਆਂ ਦੀ ਗਿਆਤ ਵਾਸਤੇ ਦੱਸ ਰਹੇ ਆ ਵੀ ਬਾਬਾ ਰਾਮ ਕੋਇਰ ਜੀ ਕੌਣ ਸਨ, ਕਿਉਂਕਿ ਖਾਲਸਾ ਜੀ ਜਿਹਦੇ ਮੂੰਹੋਂ ਇਤਿਹਾਸ ਕਹਾਇਆ ਜਾਣਾ ਹੈ, ਸਭ ਸੰਗਤਾਂ ਨੂੰ ਪਤਾ ਹੋਵੇ ਕਿ ਉਹ ਜਿਵੇਂ ਪਿੱਛੇ ਕਵੀ ਸੰਤੋਖ ਸਿੰਘ ਜੀਆਂ ਬਾਬਾ ਬਾਲਾ ਜੀ ਦੀ ਬਾਤ ਦੱਸਿਆ, ਕਿਉਂਕਿ ਉਹ ਸਾਰਾ ਇਤਿਹਾਸ ਬਾਬਾ ਬਾਲਾ ਜੀਆਂ ਵਾਲੀ ਸਾਖੀ ਤੋਂ ਅੱਗੇ ਇਹਨਾਂ ਛੰਦਾਬੰਦੀ ਵਿੱਚ ਲਿਖਣਾ ਕੀਤਾ, ਰਚਨਾ ਕੀਤਾ ਸੀ। ਇਸ ਕਰਕੇ ਕਵੀ ਜੀ ਹੁਣ ਇਹ ਸਾਰਾ ਇਤਿਹਾਸ ਬਾਬਾ ਰਾਮ ਕੋਇਰ ਜੀ ਸਤਿਪੁਰਖਾਂ ਦੇ ਮੁਖਾਰਮੇ ਤੋਂ ਕਹਾਉਣਗੇ, ਜਿਸ ਕਰਕੇ ਉਹਨਾਂ ਨੇ ਜ਼ਰੂਰੀ ਸਮਝਿਆ ਕਿ ਬਾਬਾ ਰਾਮ ਕੋਇਰ ਜੀਆਂ ਦੀ ਬਾਬਤ ਵੀ ਦੱਸਿਆ ਜਾਵੇ ਕਿ ਉਹ ਬ੍ਰਹਮ ਬੇਤੇ ਬਾਬਾ ਰਾਮ ਕੋਇਰ ਜੀ ਕੌਣ ਸਨ।
ਇਸ ਲਈ ਖਾਲਸਾ ਜੀ ਫਿਰ ਉਹਨਾਂ ਦੀਆਂ ਇਹਨਾਂ ਨੂੰ ਸਿੱਖੀ ਕਿੱਥੋਂ ਮਿਲੀ ਇਸ ਪਰਿਵਾਰ ਨੂੰ, ਬਾਬਾ ਰਾਮ ਕੌਰ ਜੀਆਂ ਨੂੰ। ਉਹ ਫਿਰ ਮੁੱਢ ਤੋਂ ਪ੍ਰਸੰਗ ਕਵੀ ਜੀਆਂ ਧੰਨ 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 ਬਾਬਾ ਬੁੱਢਾ ਸਾਹਿਬ ਜੀ ਦਾ ਫਿਰ ਪ੍ਰਸੰਗ ਇਸ ਲਈ ਕੱਲ ਪਿਛਲੇ ਦੀਵਾਨ ਵਿੱਚ ਆਪਾਂ ਸਰਵਣ ਕੀਤਾ, ਰਚਨਾ ਕੀਤਾ। ਉਹ ਕਵੀ ਜੀਆਂ ਸਭ ਦੱਸਿਆ ਕਿ ਇਸ ਪਰਿਵਾਰ ਨੂੰ ਸਿੱਖੀ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਮਿਲੀ। ਜਦ ਛੋਟੀ ਉਮਰੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦਾ ਨਾਮ ਬਚਪਨ ਦਾ ਭਾਈ ਬੂੜਾ ਜੀ ਹੈ, ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਪਰਸਨ ਸਦਕਾ, ਉਪਦੇਸ਼ ਸਿੱਖਿਆ ਸਦਕਾ ਬੜੇ ਸੁਗੜ ਸਰੂਪ ਸਿਆਣੇ ਗੁਰਸਿੱਖ ਮਹਾਤਮਾ ਜਨ ਬਣੇ। ਸਮਾਂ ਆਉਂਦਿਆਂ 6 ਪਾਤਸ਼ਾਹੀਆਂ ਦੇ ਤਿੰਨਾਂ ਨੇ ਮੱਥੇ ਗੁਰਤਾ ਦਾ ਤਿਲਕ ਵੀ ਕੀਤਾ। 9 ਪਾਤਸ਼ਾਹੀਆਂ ਦੇ ਖਾਲਸਾ ਜੀ ਦਰਸ਼ਨ ਕੀਤੇ। ਗੁਰੂ ਘਰ ਵਿੱਚ ਬਾਬਾ ਬੁੱਢਾ ਸਾਹਿਬ ਜੀਆਂ ਦੀ ਕਵੀ ਜੀ ਕਹਿੰਦੇ ਸਦਰਸਤਾ ਸਮਾਨ ਉਹਨਾਂ ਦੀ ਜਗ੍ਹਾ ਕੋਈ ਵੀ ਪ੍ਰਾਪਤ ਨਹੀਂ ਕਰ ਸਕਿਆ, ਨਾ ਕਰ ਸਕੇਗਾ। ਜਿਨ੍ਹਾਂ ਨੂੰ ਖਾਲਸਾ ਜੀ 5ਵੇਂ ਪਾਤਸ਼ਾਹ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਦੇ ਪਹਿਲੇ ਗ੍ਰੰਥੀ ਸਿੰਘ ਸਾਹਿਬਾਨ ਹੋਣ ਦਾ ਮਾਣ ਵੀ ਹਾਸਲ ਗੁਰੂ ਘਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਬਖਸ਼ਿਸ਼ਾਂ ਕੀਤੀਆਂ। ਉਹਨਾਂ ਦੀ ਕੁਲ ਚੋਂ ਫਿਰ ਅੱਗੇ ਖਾਲਸਾ ਜੀ ਬਾਬਾ ਰਾਮ ਕੌਰ ਜੀ ਕਿਵੇਂ ਹੋਏ, ਵਿਚਾਲੇ ਕਿਹੜੇ ਕਿਹੜੇ ਮਹਾਂਪੁਰਖ ਸਤਿਪੁਰਖ ਬ੍ਰਹਮ ਗਿਆਨੀ, ਕਿਉਂਕਿ ਇਹਨਾਂ ਦੀ ਕੁਲ ਵਿੱਚ ਹਰ ਵਾਰ ਇੱਕ ਬ੍ਰਹਮ ਗਿਆਨੀ ਪੈਦਾ ਹੁੰਦੇ। ਜਿੰਨੇ ਮਹਾਤਮਾ ਹੋਏ ਖਾਲਸਾ ਜੀ ਸਾਰੇ ਤ੍ਰੈਕਾਲਦਰਸ਼ੀ ਸਨ। ਕਹਿਣੀ ਕਰਨ ਦੀ ਪੂਰੇ ਸੂਰੇ ਬੜੀ ਸਿੱਖੀ ਕਮਾਈ। ਤੋ ਉਹ ਸਾਰਾ ਹੀ ਖਾਲਸਾ ਜੀ ਪ੍ਰਸੰਗ ਅੱਗੇ 6ਵੇਂ ਪਾਤਸ਼ਾਹ ਦੇ ਸਮੇਂ ਬਾਬਾ ਬੁੱਢਾ ਸਾਹਿਬ ਜੀ ਅਕਾਲ ਚਲਾਣਾ ਜੋਤੀ ਜੋਤ ਸੱਚਖੰਡ ਸਮਾ ਗਏ ਸਨ। ਉਸ ਤੋਂ ਬਾਅਦ ਫਿਰ ਕਿਵੇਂ ਕਿਵੇਂ ਅੱਗੇ ਪੀੜ੍ਹੀ ਦਰ ਪੀੜ੍ਹੀ ਇਸ ਪਰਿਵਾਰ ਨੇ ਸਿੱਖੀ ਕਮਾਈ, ਗੁਰੂ ਕੇ ਚਰਨਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਉਹ ਪ੍ਰਸੰਗ ਅੱਗੇ ਆ ਰਿਹਾ ਹੈ। ਇਸ ਤੇ ਪਹਿਲਾ ਨਿਤਾ ਪ੍ਰਤੀ 2 ਮੰਗਲਾਂ ਦੀ ਕਥਾ ਆਪਾਂ ਵਿਚਾਰਦੇ ਹਾਂ। ਮੰਗਲਾਂ ਦੀ ਕਥਾ ਕਰਨ ਉਪਰੰਤ ਪਾਈਓ ਅਗਲਾ ਪ੍ਰਸੰਗ ਜਿਵੇਂ ਆਉਂਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੂੰ ਹਿਰਦੇ ਵਿੱਚ ਵਸਾਉਂਦਿਆਂ ਹੋਇਆਂ ਰਸਨਾ ਕਰੋ ਜੀ ਪਵਿੱਤਰ। ਸਭ ਸੰਗਤ ਆਖਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭਾਨ ਹੋਤ ਜਗ ਜਾਸ ਤੇ। ਇੱਥੇ ਖਾਲਸਾ ਜੀ ਕਵੀ ਜੀ ਇਹ ਮੰਗਲ ਕਰ ਰਹੇ ਵੈ ਬ੍ਰਹਮ ਦੀ ਬਾਬਤ। ਜਾਸ ਤੇ ਜਗ ਹੋਤ ਭਾਣ ਅਨਵੇ ਅਰਥ ਕਰੀਏ। ਜਿਸ ਬ੍ਰਹਮ ਤੋਂ ਇਹ ਸਾਰਾ ਸੰਸਾਰ ਜਿਹੜਾ ਇਹ ਖਾਲਸਾ ਜੀ ਪ੍ਰਤੀਤ ਹੋ ਰਿਹਾ ਹੈ। ਜੇ ਪਰਮੇਸ਼ਰੀ ਨਾ ਹੋਵੇ ਖਾਲਸਾ ਜੀ, ਫਿਰ ਸੰਸਾਰ ਕਿੱਥੇ ਹੋਣਾ ਸੀ। ਤੋ ਜਿਸ ਪਰਮੇਸ਼ਰ ਦੇ ਸਦਕਾ ਇਹ ਸਭ ਸੰਸਾਰ ਜਿਹੜਾ ਸਾਨੂੰ ਪ੍ਰਤੀਤ ਹੋ ਰਿਹਾ, ਜਾਗਦਾ ਭਾਸ ਰਿਹਾ ਹੈ। ਰਜੂ ਭੁਜੰਗ ਸਮਾਨ। ਇਹ ਭਾਵ ਕਵੀ ਜੀ ਕਹਿੰਦੇ ਆ ਕਿ ਪਰਮੇਸ਼ਰ ਖਾਲਸਾ ਜੀ ਸਭ ਜੋ ਦਿਸਦਾ ਹੈ, ਸਭ ਦਾ ਮੁੱਢ ਕੌਣ ਹੈ? ਪਰਮੇਸ਼ਰ ਹੈ। ਕਿਵੇਂ ਮੁੱਢ ਹੈ? ਚਾਹੇ ਸੰਸਾਰ ਝੂਠਾ ਹੈ, ਸਾਚੇ ਕੋ ਬਣਾਇਓ ਤਾਤੇ ਸਾਚੇ ਸੋ ਸੁਹਾਇਓ ਹੈ। ਸੰਸਾਰ ਜ਼ਰੂਰ ਝੂਠਾ ਹੈ ਖਾਲਸਾ ਜੀ, ਪਰ ਇਹਨੂੰ ਬਣਾਉਣ ਵਾਲਾ ਝੂਠਾ ਨਹੀਂ। ਤੋ ਕਵੀ ਜੀ ਕਹਿੰਦੇ ਸੰਸਾਰ ਕਿਵੇਂ ਦਿਸ ਰਿਹਾ ਹੈ? ਬ੍ਰਹਮ ਦੇ ਵਿੱਚੋਂ ਜਿਵੇਂ ਰਜੂ ਭੁਜੰਗ ਸਮਾਨ, ਜਿਵੇਂ ਰਜੂ ਕਹੀਏ ਰੱਸੀ ਤੋਂ ਸੱਪ ਦਿਸਦਾ ਹੈ। ਰਾਤ ਦੇ ਹਨੇਰੇ ਵਿੱਚ ਖਾਲਸਾ ਜੀ ਪਈ ਹੋਈ ਰੱਸੀ ਵੀ ਸੱਪ ਪ੍ਰਤੀਤ ਹੁੰਦੀ ਹੈ। ਸੱਪ ਦਾ ਭੁਲੇਖਾ ਰੱਸੀ ਵਿੱਚ ਪੈਂਦਾ, ਪਰ ਭੁਲੇਖਾ ਚਾਹੇ ਖਾਲਸਾ ਜੀ ਭਰਮ ਭੁਲੇਖਾ ਝੂਠ ਹੈ, ਰੱਸੀ ਸੱਪ ਨਹੀਂ, ਪਰ ਰੱਸੀ ਤਾਂ ਹੈ। ਜੇ ਰੱਸੀ ਹੋਈ ਨਾ ਹੋਵੇ ਫਿਰ ਖਾਲਸਾ ਜੀ ਸੱਪ ਦਾ ਭੁਲੇਖਾ ਕਾਹਨੂੰ ਪੈਣਾ ਸੀ? ਭਾਵ ਕਿ ਸੱਪ ਦਾ ਭੁਲੇਖਾ ਪੈਣਾ ਹੈ ਜ਼ਰੂਰ ਝੂਠ ਹੈ ਰੱਸੀ ਵਿੱਚ, ਪਰ ਸੱਪ ਦੇ ਭੁਲੇਖੇ ਦਾ ਮੁੱਢ ਕਿਸੇ ਕਾਰਨ ਹੈ, ਰੱਸੀ ਕਾਰਨ ਹੈ। ਜੇ ਰੱਸੀ ਹੋਈ ਨਾ ਹੋਵੇ ਫਿਰ ਸੱਪ ਕਿੱਥੇ ਦਿਸਣਾ ਸੀਗਾ? ਰੱਸੀ ਦੇ ਵਿੱਚ। ਜੇ ਭੁਲੇਖਾ ਨਿਰੰਕਾਰ ਵਿੱਚ ਸੰਸਾਰ ਦਾ ਪੈ ਰਿਹਾ, ਸੰਸਾਰ ਦਾ ਭੁਲੇਖਾ ਪੈਣਾ ਖਾਲਸਾ ਜੀ ਚਾਹੇ ਝੂਠਾ ਹੈ, ਪਰ ਜਿਹਦੇ ਰਾਹੀਂ ਭੁਲੇਖਾ ਪੈ ਰਿਹਾ ਉਹ ਝੂਠਾ ਨਹੀਂ।
ਤੋ ਕਵੀ ਜੀ ਇਹ ਕਹਿੰਦੇ ਉਹ ਪਰਮੇਸ਼ਰ ਬ੍ਰਹਮ ਜੀ ਦੇ ਤੋਂ ਸਾਰਾ ਸੰਸਾਰ ਪ੍ਰਤੀਤ ਹੋ ਰਿਹਾ ਹੈ। ਕਿਵੇਂ ਪ੍ਰਤੀਤ ਹੋ ਰਿਹਾ? ਜਿਵੇਂ ਰੱਸੀ ਦੇ ਵਿੱਚ ਸੱਪ ਪ੍ਰਤੀਤ ਹੋ ਰਹੇ ਆ। ਭਾਵ ਕਿ ਸੱਪ ਦੀ ਝੂਠੀ ਪ੍ਰਤੀਤੀ ਦਾ ਖਾਲਸਾ ਜੀ ਉਹ ਭੁਲੇਖੇ ਪੈਣ ਦਾ ਭਰਮ ਦਾ ਮੁੱਢ ਤਾਂ ਰੱਸੀ ਹੈ, ਰੱਸੀ ਝੂਠ ਨਹੀਂ। ਤੋ ਇਸ ਪ੍ਰਕਾਰ ਸੰਸਾਰ ਦਾ ਭੁਲੇਖਾ ਪਰਮੇਸ਼ਰ ਬ੍ਰਹਮ ਵਿੱਚੋਂ ਪੈ ਰਿਹਾ ਹੈ। ਮਾਨ ਹਾਨ ਕਰ ਜਾਣਤੇ ਹੋ। ਹੇ ਮੇਰਿਆ ਮਨਾ, ਉਸ ਪਰਮੇਸ਼ਰ ਨੂੰ ਜੇ ਜਾਣਨਾ ਹੈ, ਉਸ ਬ੍ਰਹਮ ਨੂੰ, ਫਿਰ ਕਿਵੇਂ ਜਾਣੀਏ? ਮਾਣ ਹਾਨ ਕਰ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਪਰਮੇਸ਼ਰ ਨੂੰ ਕਿਵੇਂ ਜਾਣਿਆ ਜਾਵੇਗਾ? ਜਿੰਨਾ ਸਮਾਂ ਖਾਲਸਾ ਜੀ ਇੱਥੇ ਸਿਰ ਕੀ ਹੈ? ਹੰਕਾਰ। ਸਿਰ ਦੀਜੈ ਆਪ ਗਵਾਏ। ਤੋ ਖਾਲਸਾ ਜੀ ਮਾਣ ਹਾਨ ਕਰ ਜਾਣ ਤੇ ਕਵੀ ਜੀ ਕਹਿੰਦੇ ਉਸ ਪਰਮੇਸ਼ਰ ਨੂੰ ਜੇ ਇਹ ਮੇਰਾ ਮਨਾ ਜਾਣਨਾ ਤੇ ਫਿਰ ਹੰਕਾਰ ਛੱਡ ਦੇ ਆਪਦਾ। ਮੈਂ ਮੇਰੀ ਸਭ ਛੱਡ ਦੇਣੀ ਕਰ ਜੇ ਉਸ ਨੂੰ ਜਾਣਨਾ ਚਾਹੁੰਦਾ ਹੈ। ਤਮ ਅਨਾਦ ਕਹ ਭਾਨ। ਕਿਉਂਕਿ ਜਿਹੜਾ ਅਗਿਆਨ ਹੈ ਇਹ ਤਮ ਹਨੇਰੇ ਵੱਤ ਹੈ। ਤਮ ਤੋਂ ਭਾਵ ਹਨੇਰਾ, ਹਨੇਰੇ ਤੋਂ ਭਾਵ ਖਾਲਸਾ ਜੀ ਕਾਹਦਾ ਹਨੇਰਾ? ਜੀਵਾਂ ਨੂੰ ਅਗਿਆਨ ਦਾ ਹਨੇਰਾ ਹੈ। ਅਨ ਨਹੀਂ ਹੈ ਜਿਹਦਾ ਕੋ ਆਦ ਮੁੱਢ ਕਦੋਂ ਤੋਂ ਹੈ। ਕੋਈ ਇਸ ਦਾ ਖਾਲਸਾ ਜੀ ਮੁੱਢ ਨਹੀਂ ਕਦੋਂ ਤੋਂ ਇਹ ਜਿਹੜਾ ਜੀਵ ਅਗਿਆਨ ਵਿੱਚ ਹੈ। ਪਰ ਅਗਿਆਨ ਦੇ ਹਨੇਰੇ ਨੂੰ ਨਾਸ਼ ਕਰਨ ਵਾਲੇ ਵਾਸਤੇ ਕਵੀ ਜੀ ਕਹਿੰਦੇ ਕਹੋ ਭਾਣ। ਉਹ ਪਰਮੇਸ਼ਰ ਸੂਰਜ ਵਾਂਗ ਹੈ। ਜਿਵੇਂ ਰਾਤ ਦਾ ਹਨੇਰਾ ਸੂਰਜ ਚੜ੍ਹਨ ਤੇ ਖਾਲਸਾ ਜੀ ਨਾਸ਼ ਹੋ ਜਾਂਦਾ ਹੈ, ਇਵੇਂ ਜਿਨ੍ਹਾਂ ਦੇ ਹਿਰਦੇ ਵਿੱਚ ਖਾਲਸਾ ਜੀ ਉਹ ਬ੍ਰਹਮ ਪਰਮੇਸ਼ਰ ਵਿਦਿਤ ਹੋ ਜਾਂਦਾ ਹੈ, ਸਾਖਸ਼ਾਤ ਹੋ ਜਾਂਦਾ ਹੈ। ਉਹਨਾਂ ਦੇ ਹਿਰਦੇ ਵਿੱਚੋਂ ਅਗਿਆਨ ਦਾ ਹਨੇਰਾ ਪਰਮੇਸ਼ਰ ਜੀ ਨਾਸ਼ ਕਰ ਦਿੰਦੇ ਆ। ਅਗਿਆਨ ਦੇ ਹਨੇਰੇ ਨੂੰ ਨਾਸ਼ ਕਰਨ ਵਾਸਤੇ ਉਹ ਪਰਮੇਸ਼ਰਿਓਂ ਕਹਿ ਲਓ ਕਵੀ ਜੀ ਕਹਿੰਦੇ ਸੂਰਜ ਦੇ ਸਦਰਸ ਹਨ। ਦੋਹਰਾ ਸਤ ਚੇਤਨ ਆਨੰਦ ਯੁਤ। ਤੇ ਉਹ ਪਰਮੇਸ਼ਰ ਖਾਲਸਾ ਜੀ ਜੋ ਹੈ ਬ੍ਰਹਮ ਉਹ ਸਤ ਹੈ, ਚੇਤਨ ਹੈ, ਸਤ ਨਾਸ਼ ਤੋਂ ਰਹਿਤ ਹੈ, ਚੇਤਨ ਹੈ। ਸਭ ਜੋ ਦਿਸਦੀ ਜੇ ਰੁੱਖਾਂ ਵਿੱਚ ਹਰਿਆਲੀ ਹੈ ਖਾਲਸਾ ਜੀ ਉਹ ਚੇਤਨਤਾ ਹੀ ਪਰਮੇਸ਼ਰ ਵਸਿਆ ਹੋਇਆ। ਜੋ ਅਸੀਂ ਆ ਸਵਾਸ ਲੈ ਰਹੇ ਖਾਲਸਾ ਜੀ ਇਹ ਸਰੀਰ ਵਿੱਚ ਜੇ ਸਰੀਰ ਤੁਰਦਾ ਫਿਰਦਾ ਹੈ ਪਰਮੇਸ਼ਰ ਦੀ ਚੇਤਨ ਸੱਤਾ ਕਰਕੇ ਅਸੀਂ ਇਹ ਚੇਸ਼ਟਾਈ ਸਭ ਜੋ ਚੇਸ਼ਟਾਈ ਹੋ ਰਹੀ ਹੈ, ਚਾਹੇ ਜੜ ਹੈ, ਜੜ ਜੰਗਮ ਜੀਵ ਜਿਤੇ ਜਗ ਭੰਤਨ ਭੰਤਨ ਭੇਖ ਧਰੇ ਹੈ। ਸੰਸਾਰ ਵਿੱਚ ਪਰਮੇਸ਼ਰ ਨੇ ਖਾਲਸਾ ਜੀ ਵੰਨ ਵੰਨੀ ਦੇ ਭੇਸ ਧਰੇ ਹੋਏ ਹੈ। ਤੋ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪਰਮੇਸ਼ਰ ਸਤ ਤੋਂ ਸਤ ਹੈ, ਨਾਸ਼ ਤੋਂ ਰਹਿਤ ਹੈ, ਚੇਤਨ ਹੈ। ਆਨੰਦ ਪ੍ਰਾਪਤੀ ਤੇ ਆਨੰਦ ਹੀ ਆਨੰਦ ਹੈ, ਆਨੰਦ ਸਰੂਪ ਹੈ। ਨਾਮ ਰੂਪ ਜਗ ਪੰਚ। ਪਰ ਜਿਹੜਾ ਜਗ ਸੰਸਾਰ ਦਾ ਪ੍ਰਪੰਚ ਦਿਸਦਾ ਇਹ ਨਾਮ ਤੇ ਰੂਪ ਹੈ। ਪਰਮੇਸ਼ਰ ਸਤ ਚੇਤਨ ਆਨੰਦ ਹੈ, ਸੰਸਾਰ ਖਾਲਸਾ ਜੀ ਨਾਮ ਰੂਪ। ਭਾਵ ਕਿ ਜਿਹਦਾ ਨਾਮ ਤੇ ਰੂਪ ਸੰਸਾਰ ਤੇ ਹੈ ਖਾਲਸਾ ਜੀ ਉਹ ਨਾਸ਼ਵੰਤ ਹੈ। ਜਿਹਦਾ ਵੀ ਨਾਮ ਹੈ ਸੰਸਾਰ ਤੇ, ਜਿਹੜਾ ਰੂਪ ਧਾਰ ਕੇ ਬੈਠਾ ਉਹ ਜ਼ਰੂਰ ਖਾਲਸਾ ਜੀ ਬਿਨਸੇਗਾ, ਨਾਸ਼ ਹੋਵੇਗਾ। ਭਾਵ ਕਿ ਜਗ ਦਾ ਜਿਹੜਾ ਪਰਪੰਚ ਕਵੀ ਜੀ ਕਹਿੰਦੇ ਨਾਮ ਤੇ ਰੂਪ ਹੈ, ਇਹ ਨਾਮ ਰੂਪ ਵਾਲਾ ਹੈ ਸੰਸਾਰ। ਪਰ ਪਰਮੇਸ਼ਰ ਤਾਂ ਸਤ ਚੇਤਨ ਆਨੰਦ ਸਰੂਪ ਹੈ। ਸੰਤ ਦੋਹਨ ਔਰ ਪਰ ਹਰੈ। ਜਿਹੜੇ ਤਤ ਬੇਤੇ ਕੋ ਬਾਬਾ ਬੁੱਢਾ ਸਾਹਿਬ ਜੀ, ਧੰਨ ਬਾਬਾ ਰਾਮ ਕੌਰ ਜੀ, ਸਤਪੁਰਖਾਂ ਵਰਗੇ ਬ੍ਰਹਮ ਗਿਆਨੀ ਤਤ ਬੇਤੇ ਗੁਰਮੁਖ ਗੁਰਸਿੱਖ ਹਨ। ਉਹ ਖਾਲਸਾ ਜੀ ਕਵੀ ਜੀ ਕਹਿੰਦੇ ਸੰਤ ਦੋਹਨ ਔਰ ਪਰ ਹਰੈ। ਹਿਰਦੇ ਚੋਂ ਜਿਹੜੇ ਸੰਤ ਮਹਾਂਪੁਰਸ਼ ਗੁਰਮੁਖ ਤਤ ਬੇਤੇ ਉਹ ਦੋਵਾਂ ਨੂੰ ਛੱਡ ਦਿੰਦੇ। ਕਿਹੜੇ ਦੋਵਾਂ ਨੂੰ? ਇੱਕ ਨਾਮ ਤੇ ਰੂਪ ਨੂੰ। ਭਾਵ ਕਿ ਜਗ ਦਾ ਪਰਪੰਚ ਜਿਹੜਾ ਨਾਮ ਤੇ ਰੂਪ ਹੈ, ਨਾਮ ਤੇ ਰੂਪ ਦੋਹਾਂ ਨੂੰ ਛੱਡ ਕਰਕੇ ਤਿੰਨ ਤਿੰਨਹ ਕੋ ਸੰਚ। ਤਿੰਨਾਂ ਨੂੰ ਹਿਰਦੇ ਵਿੱਚ ਸੰਚ ਲੈਂਦੇ ਵਾ। ਤਿੰਨ ਕਿਹੜੇ ਖਾਲਸਾ ਜੀ? ਸਤ ਚੇਤਨ ਆਨੰਦ। ਭਾਵ ਕਿ ਬ੍ਰਹਮ ਪਰਮੇਸ਼ਰ ਦੀ ਇਕੱਤਰਤਾ ਕਰਦੇ, ਨਾਮ ਜਪ ਜਪ ਕੇ ਪਰਮੇਸ਼ਰ ਨੂੰ ਹਿਰਦੇ ਵਿੱਚ ਪ੍ਰਗਟ ਕਰਦੇ ਵਾ, ਨਾਮ ਨੂੰ ਇਕੱਠਾ ਕਰਦੇ ਆ। ਜਗ ਦਾ ਜਿਹੜਾ ਨਾਮ ਤੇ ਰੂਪ ਹੈ ਇਹਨੂੰ ਛੱਡਿਆ ਹੋਇਆ ਵਾ। ਸੰਤਾਂ ਵਾਸਤੇ ਨਹੀਂ ਕੋਈ ਗੋਰਾ, ਨਹੀਂ ਕੋਈ ਕਾਲਾ, ਵੱਡਾ ਛੋਟਾ, ਉੱਚਾ ਨੀਵਾਂ, ਖਾਲਸਾ ਜੀ ਜਾਤ ਕੁਜਾਤ ਕੋਈ ਨਹੀਂ ਹੈ। ਸਮ ਮਿੱਤਰ ਸੱਤਰ। ਮਿੱਤਰ ਤੇ ਦੁਸ਼ਮਣ ਤੇ ਮਿੱਤਰ ਖਾਲਸਾ ਜੀ ਸੰਤਾਂ ਵਾਸਤੇ ਇੱਕੋ ਜਿਹੇ ਹਨ। ਤੋ ਕਿਉਂਕਿ ਨਾਮ ਹੈ ਦੁਸ਼ਮਣਾ ਮੇਰਾ, ਰੂਪ ਕੀ ਆ ਖਾਲਸਾ ਜੀ? ਗੋਰਾ ਕਾਲਾ, ਉੱਚੀ ਨੀਵੀਂ ਜਾਤ। ਤੋ ਇਹ ਸਾਰੇ ਸੰਤਾਂ ਨੇ ਛੱਡੇ ਆ ਤੇ ਪਰਮੇਸ਼ਰ ਦੇ ਨਾਮ ਨੂੰ ਤੇ ਪਰਮੇਸ਼ਰ ਨੂੰ ਹਿਰਦੇ ਵਿੱਚ ਇਕੱਠਿਆਂ ਕੀਤਾ ਹੈ। ਸਤਨਾਮ ਵਾਹਿਗੁਰੂ ਸਾਹਿਬ ਜੀਓ।
ਸ਼੍ਰੀ ਸਤਿਗੁਰ ਦਸਵੇਂ ਪਾਤਸ਼ਾਹੂ। ਤੋਂ ਪਿੱਛੇ ਉਹ ਪ੍ਰਸੰਗ ਜਿਹੜਾ ਸੀ ਖਾਲਸਾ ਜੀ ਹੁਣ ਅੱਗੇ ਇੱਥੇ ਪ੍ਰਾਰੰਭ ਹੁੰਦਾ ਹੈ ਕਿ ਜਿਹੜੇ ਭਾਈ ਬਾਬਾ ਰਾਮ ਕੌਰ ਜੀ ਸਨ, ਇਹਨਾਂ ਖਾਲਸਾ ਜੀ ਬੜੀ ਗੁਰੂ ਘਰ ਦੀ ਬੜਾ ਲੰਮਾ ਸਮਾਂ ਸੇਵਾ ਕੀਤੀ। ਧੰਨ ਸਾਹਿਬ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਸਮੇਂ ਗਮਨ ਕੀਨ ਜਬ ਸੱਚਖੰਡ ਮਾਹੂ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਚਖੰਡ ਵਿਖੇ ਗਮਨ ਕੀਤਾ ਸੱਚੇ ਸਤਿਗੁਰਾਂ ਨੇ, ਪੰਥ ਖਾਲਸਾ ਉਤਪਤ ਕਰਕੇ। ਉਸ ਤੇ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 1699 ਦੀ ਵਿਸਾਖੀ ਨੂੰ ਖਾਲਸਾ ਜੀ ਉਹ ਪੰਥ ਖਾਲਸਾ ਪ੍ਰਗਟ ਕਰ ਗਏ ਸਨ। ਰਾਜ ਤੇਜ ਕੋ ਛਤਰ ਸੋ ਧਰ ਕੈ। ਹਾਂਜੀ, ਰਾਜ ਤੇਜ ਪ੍ਰਤਾਪ ਦਾ ਛਤਰ ਜਿਹੜਾ ਸੀ ਉਹ ਖਾਲਸੇ ਦੇ ਸੀਸ ਤੇ ਧਰ ਗਏ ਸੀ ਸੱਚੇ ਪਾਤਸ਼ਾਹ ਜੀ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇ ਹੋ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੇ ਪਿੰਡ ਪੁਰਾਣ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਰਾਜ ਜੋਗ ਦਾ ਤਿਲਕ ਜਿਹੜਾ ਸੀਗਾ ਸੀਸ ਤੇ ਛਤਰ ਜਿਹੜੇ ਵਾ ਉਹ ਖਾਲਸੇ ਦੇ ਸੀਸ ਤੇ ਝੁਲਾ ਗਏ ਸਨ। ਤੁਰਕ ਤੇਜ ਦ੍ਰਿੜ ਤਰੁ ਉਖਾਰਾ। ਜਿਹੜਾ ਤੁਰਕਾਂ ਦੇ ਤੇਜ ਦਾ ਬੜਾ ਕਰੜਾ ਰੁੱਖ ਸੀਗਾ ਉਹ ਸੱਚੇ ਪਾਤਸ਼ਾਹ ਮਹਾਰਾਜੀਆਂ ਨੇ ਭਾਰੀ ਰੁੱਖ ਤੁਰਕਾਂ ਦੇ ਤੇਜ ਪ੍ਰਤਾਪ ਦਾ ਮੁੱਢੋਂ ਪੱਟ ਸੁੱਟਿਆ ਸੀਗਾ ਦੀਨੇ ਕਾਂਗੜ ਦੀ ਧਰਤੀ ਤੇ। ਹਿੰਦ ਧਰਮ ਰਾਖਿਓ ਪ੍ਰਤਪਾਰਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਹਿੰਦੂਆਂ ਦੇ ਧਰਮ ਦੀ ਪਰ ਵਿਸ਼ੇਸ਼ ਕਰਕੇ ਪ੍ਰਤਪਾਰਾ ਕਰਨਾ ਕੀਤੀ, ਉਹਦੀ ਰੱਖਿਆ ਕੀਤੀ। ਹਿੰਦੂਆਂ ਦਾ ਧਰਮ ਰੱਖਿਆ ਸੀਗਾ। ਤਿਲਕ ਜੰਨੂ ਰਾਖਾ ਪ੍ਰਭਤਾ ਕਾ ਕੀਨੋ ਵੱਡੋ ਕਲੂ ਮਹਿ ਸਾਕਾ, ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ, ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਗੁਰਪਿਤਾ ਗੁਰੂ ਤੇਗ ਬਹਾਦਰ ਜੀ ਮਹਾਰਾਜ, ਉਸ ਤੇ ਬਾਅਦ ਖਾਲਸਾ ਜੀ ਸਾਰਾ ਪਰਿਵਾਰ ਵਾਰ ਕੇ ਇਸ ਭਾਰਤ ਵਰਸ਼ ਦੀ ਲਾਜਪਤ ਰੱਖੀ ਹਿੰਦੁਸਤਾਨ ਦੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ। ਭਾਈ ਰਾਮ ਕੋਇਰ ਤਬ ਰਹੇ। ਤੇ ਜਿੰਨਾ ਸਮਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜੰਗ ਯੁੱਧ ਕੀਤੇ, ਸਾਰਾ ਸਮਾਂ ਬਾਬਾ ਰਾਮ ਕੌਰ ਜੀ ਮਹਾਂਪੁਰਸ਼ ਸਤਿਗੁਰੂ ਕਲਗੀਧਰ ਮਹਾਰਾਜ ਦੇ ਨਾਲ ਰਹੇ ਸਨ। ਰਾਮਦਾਸ ਕੇ ਗ੍ਰਾਮ ਜੋ ਲਹੇ। ਪਰ ਉਸ ਤੋਂ ਬਾਅਦ ਜਿਹੜਾ ਹੈ ਖਾਲਸਾ ਜੀ ਇਹ ਰਾਮ ਕੌਰ ਜੀ ਸਤਿਪੁਰਖ ਆਪਣਾ ਨਗਰ ਜਿਹੜਾ ਇੱਥੇ ਮਾਝੇ ਵਿੱਚ ਅੰਮ੍ਰਿਤਸਰ ਦੇ ਲਾਗੇ ਰਮਦਾਸ ਹੈ, ਇੱਥੇ ਆ ਗਏ ਸੀ। ਆਪਣਾ ਜਿਹੜਾ ਸਮਾਂ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਬਿਤਾਉਣ ਤੋਂ ਬਾਅਦ ਉਹ ਇਉਂ ਹੋਇਆ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਸਾਧ ਸੰਗਤ ਜੀ ਦਮਦਮਾ ਸਾਹਿਬ ਸਤਿਗੁਰਾਂ ਨੇ ਚੌਂਕੜਾ ਲਾਇਆ। ਇਥੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਕੁਝ ਸਮਾਂ ਬਤੀਤ ਕਰਕੇ ਖਾਲਸੇ ਨੂੰ ਵਿਦਿਆ ਬਖਸ਼ਿਸ਼ ਕਰਕੇ ਜਦੋਂ ਗੁਰੂ ਗਰੀਬ ਨਵਾਜ ਹਜੂਰ ਸਾਹਿਬ ਸੱਚਖੰਡ ਨਾਂਦੇੜ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੇ ਚਾਲਾ ਮਾਰਨਾ, ਧੰਨ ਬਾਬਾ ਰਾਮ ਕੌਰ ਜੀ ਦੇ ਜਗਤ ਮਾਤਾ ਜੀਆਂ ਨੂੰ ਜਦੋਂ ਪਤਾ ਲੱਗਿਆ ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੱਖਣ ਦੀ ਧਰਤੀ ਨੂੰ ਜਾ ਰਹੇ ਆ, ਉਸ ਸਮੇਂ ਸਾਧ ਸੰਗਤ ਜੀ ਇੱਥੇ ਦਮਦਮਾ ਸਾਹਿਬ ਭਾਈ ਰਾਮ ਕੌਰ ਦੇ ਮਾਤਾ ਜੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਏ ਸਨ। ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਮੇਰਾ ਨਿਮਾਣੀ ਦਾ ਇੱਕੋ ਇੱਕ ਪੁੱਤਰ ਇਕਲੌਤਾ ਹੈ ਤੇ ਕਿਰਪਾ ਕਰੋ ਮਹਾਰਾਜ ਤੁਸੀਂ ਦੱਖਣ ਦੀ ਧਰਤੀ ਨੂੰ ਚੱਲਿਓ। ਇਹ ਜਾਣ ਲੱਗਿਆ ਮਹਾਰਾਜ ਤੁਹਾਡੀ ਸੇਵਾ ਕਰਦਾ ਰਿਹਾ ਏ ਸਾਡਾ ਪੁੱਤਰ, ਤੁਸੀਂ ਇਹ ਜਿਹੜਾ ਵਾ ਇਹਨੂੰ ਘਰ ਜਾਣ ਦੀ ਆਗਿਆ ਦੇ ਦਿਓ, ਤੁਹਾਡੇ ਹੁਕਮ ਤੋਂ ਬਿਨਾਂ ਜਾਵੇਗਾ ਨਹੀਂ। ਤੋ ਫਿਰ ਸਾਧ ਸੰਗਤ ਜੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਨੇ ਧੰਨ ਬਾਬਾ ਰਾਮ ਕੌਰ ਜੀ ਨੂੰ ਆਖਿਆ ਕਿ ਤੁਸੀਂ ਭਾਈ ਹੁਣ ਆਪਣੇ ਮਾਤਾ ਜੀ ਦਾ ਬਚਨ ਮਾਨਿੰਦਾ ਦੀ ਸੇਵਾ ਕਰੋ, ਆਪਣੇ ਨਗਰ ਰਮਦਾਸ ਚਲੇ ਜਾਓ। ਉਸ ਸਮੇਂ ਸਾਧ ਸੰਗਤ ਜੀ ਮਨ ਦੀ ਸ਼ਰਧਾ ਪ੍ਰਗਟ ਕਰਦੇ ਹੋਏ ਧੰਨ ਬਾਬਾ ਰਾਮ ਕੌਰ ਜੀਆਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ, ਹੈ ਸੱਚੇ ਪਾਤਸ਼ਾਹ ਮਹਾਰਾਜ ਇਹ ਨਿਮਾਣੇ ਸਿੱਖ ਦਾ ਪ੍ਰਣ ਕੀਤਾ ਹੋਇਆ ਤੁਹਾਡੇ ਦਰਸ਼ਨਾਂ ਬਿਨਾਂ ਮੈਂ ਪ੍ਰਸ਼ਾਦਾ ਨਹੀਂ ਛਕਿਆ ਕਦੇ, ਇਸ ਕਰਕੇ ਮਹਾਰਾਜ ਮੈਂ ਤੁਹਾਡਾ ਚਰਨਾਂ ਦਾ ਆਸਰਾ ਓਟ ਦਰਸ਼ਨ ਦੀਦਾਰੇ ਛੱਡ ਕੇ ਨਹੀਂ ਜਾ ਸਕਦਾ। ਤੋ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਖਾਲਸਾ ਜੀ ਬਾਬਾ ਰਾਮ ਕੌਰ ਜੀਆਂ ਨੂੰ ਫਿਰ ਇੱਥੇ ਦਮਦਮਾ ਸਾਹਿਬ ਦੀ ਧਰਤੀ ਤੇ ਵਰਦਾਨ ਦਿੱਤਾ ਕਿ ਇਹ ਭਾਈ ਰਾਮ ਕੌਰ ਜੀ ਜਦੇ ਹੀ ਤੁਸੀਂ ਜਿਹੜਾ ਵੇ ਪ੍ਰਣ ਕੀਤਾ ਹੈ, ਅਸੀਂ ਇਹ ਤੁਹਾਡਾ ਪ੍ਰਣ ਜਿਹੜਾ ਵੇ ਤੋੜ ਨਿਭਾਵਾਂਗੇ। ਅੰਮ੍ਰਿਤ ਵੇਲੇ 5 ਬਾਣੀਆਂ ਨਿਤਨੇਮ ਜਾਪ ਕਰਕੇ ਇਸ਼ਨਾਨ ਪਾਣ ਕਰਨ ਤੋਂ ਉਪਰੰਤ ਜਦੇ ਤੁਸੀਂ ਆਨੇ ਬਹਾਨੇ ਸੈਰ ਕਰਨ ਦੇ ਬਹਾਨੇ ਇਕਾਂਤਵਾਸ ਵਿੱਚ ਕਿਤੇ ਜਾਇਆ ਕਰੋਗੇ, ਅਸੀਂ ਤੁਹਾਨੂੰ ਪ੍ਰਤੱਖ ਰੂਪ ਵਿੱਚ ਦਰਸ਼ਨ ਦੇਵਾਂਗੇ ਜਿੱਥੇ ਮਰਜ਼ੀ ਹੋਈਏ।
ਤੋ ਇਉਂ ਖਾਲਸਾ ਜੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੋਂ ਬੜਾ ਵੱਡਾ ਦਰਸ਼ਨਾਂ ਦਾ ਵਰਦਾਨ ਲੈ ਕੇ ਬਾਬਾ ਰਾਮ ਕੋਇਰ ਜੀ ਇੱਥੇ ਰਮਦਾਸ ਆ ਗਏ ਆਪਣੀ ਮਾਤਾ ਜੀ ਦੇ ਨਾਲ। ਇੱਥੇ ਬਾਕੀ ਸਮਾਂ ਇਹਨਾਂ ਨੇ ਇੱਥੇ ਬਤੀਤ ਕੀਤਾ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਨਿਤਾ ਪ੍ਰਤੀ ਖਾਲਸਾ ਜੀ ਇਹਨਾਂ ਦਾ ਪ੍ਰਣ ਪੂਰਾ ਕਰਦੇ, ਸਾਖਸ਼ਾਤ ਦਰਸ਼ਨ ਦੇ ਕਰਕੇ ਬਾਬਾ ਰਾਮ ਕੋਇਰ ਜੀ ਸਤਿਪੁਰਖਾਂ ਨੂੰ ਨਿਹਾਲ ਕਰਦੇ ਰਹੇ ਜਿੰਨਾ ਸਮਾਂ ਇਹ ਸਰੀਰ ਕਰਕੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੋਂ ਬਾਅਦ ਖਾਲਸਾ ਜੀ 45 ਵਰੇ ਬਾਬਾ ਰਾਮ ਕੋਇਰ ਜੀਆਂ ਦਾ ਸਰੀਰ ਰਹਿਆ। ਗੁਰੂ ਕਲਗੀਧਰ ਪਾਤਸ਼ਾਹ ਜੀ ਚਾਹੇ ਸੱਚਖੰਡ ਪਿਆਨਾ ਕਰ ਚੁੱਕੇ ਸੀ, ਫੇਰ ਵੀ ਖਾਲਸਾ ਜੀ ਬਾਬਾ ਰਾਮ ਕੋਇਰ ਜੀਆਂ ਨੂੰ ਸੱਚਖੰਡ ਜਾਣ ਦੇ ਬਾਅਦ ਵੀ ਦਰਸ਼ਨ ਦਿੰਦੇ ਰਹੇ। ਤੋ ਐਸੇ ਸਨ ਧੰਨ ਬਾਬਾ ਰਾਮ ਕੋਇਰ ਜੀ। ਉਹ ਇਸੇ ਪ੍ਰਕਾਰ ਕਵੀ ਜੀ ਉਹ ਪ੍ਰਸੰਗ ਕਹਿ ਰਹੇ ਵੈ ਕਿ ਭਾਈ ਰਾਮ ਕੋਇਰ ਜੀ ਆਪਣੇ ਨਗਰ ਨੂੰ ਆ ਗਏ ਸੀ ਆਪਣੀ ਮਾਤਾ ਜੀ ਦੇ ਨਾਲ। ਰਮਦਾਸ ਇਹਨਾਂ ਦਾ ਆਪਦਾ ਜੱਦੀ ਨਗਰ ਸੀ। ਤਹਾਂ ਵਿਰਾਜਤ ਦਿਵਸ ਬਿਤਾਏ। ਇੱਥੇ ਰਮਦਾਸ ਰਹਿ ਕਰਕੇ ਭਾਈ ਰਾਮ ਕੋਇਰ ਜੀਆਂ ਫਿਰ ਬਾਕੀ ਸਮਾਂ ਬਤੀਤ ਕੀਤਾ ਹੈ। ਕੇਤਕ ਸਿੰਘ ਤਨਹਾ ਢਿਗ ਆਏ। ਤੇ ਉਧਰ ਖਾਲਸਾ ਜੀ ਦਮਦਮਾ ਵਾਹਿਗੁਰੂ ਨਾਂਦੇੜ ਸਾਹਿਬ ਦੀ ਧਰਤੀ ਤੇ ਜਦੇ ਹੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਸੱਚਖੰਡ ਚਾਲਾ ਮਾਰਿਆ। ਗੁਰੂ ਗਰੀਬ ਨਵਾਜ ਜੀ ਪਰਮੇਸ਼ਰ ਵਿੱਚ ਲੀਨ ਹੋਏ, ਸਰਗੁਣ ਸਰੂਪ ਨਿਰਗੁਣ ਸਰੂਪ ਵਿੱਚ ਤਬਦੀਲ ਹੋਇਆ। ਉਹ ਸਮੇਂ ਖਾਲਸਾ ਜੀ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਵਿਜੋਗ ਨਾ ਸਹਿੰਦੇ ਹੋਏ ਵਿਰਾਗ ਦੇ ਮਾਰੇ 13 ਸਿੰਘ ਇੱਥੇ ਪੰਜਾਬ ਆਏ। ਉਹ ਜਾਣਦੇ ਸੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਬਾਬਾ ਰਾਮ ਕੋਇਰ ਜੀ ਨੂੰ ਅਜੇ ਵੀ ਦਰਸ਼ਨ ਦਿੰਦੇ ਹਨ। ਬਾਬਾ ਰਾਮ ਕੋਇਰ ਜੀਆਂ ਦੇ ਪਾਸ ਰਮਦਾਸ ਖਾਲਸਾ ਜੀ 13 ਸਿੰਘਾਂ ਨੇ ਇੱਥੇ ਆ ਕਰਕੇ ਬਾਬਾ ਰਾਮ ਕੋਇਰ ਜੀਆਂ ਦੇ ਦਰਸ਼ਨ ਕੀਤੇ ਆ। ਸਾਹਿਬ ਸਿੰਘ ਆਦਿਕ ਬੁੱਧਵਾਨ। ਤੋ ਇਸ ਪ੍ਰਕਾਰ ਸਾਹਿਬ ਸਿੰਘ ਤੋਂ ਅਧਿਕ ਬੜੇ ਬੁੱਧੀਵਾਨ ਜਿਹੜੇ ਸਿੱਖ ਸੀਗੇ, ਜਿਨਕੇ ਸਤਿਗੁਰ ਪਦ ਕੋ ਧਿਆਨ। ਜਿਨ੍ਹਾਂ ਦੇ ਹਿਰਦੇ ਵਿੱਚ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਦਾ ਬੜਾ ਗਾੜਾ ਧਿਆਨ ਧਰਿਆ ਹੋਇਆ ਸੀ। ਕਥਾ ਗੁਰਨ ਕੀ ਸੁਨ ਬੇਚਾਹਤ। ਇਹਨਾਂ ਇੱਛਾ ਕੀਤੀ ਬਾਬਾ ਰਾਮ ਕੋਇਰ ਜੀਆਂ ਦੇ ਪਾਸ ਕਿ ਇਹ ਸਤਿਪੁਰਖੋ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨਾਂ ਤੋਂ ਬਿਨਾਂ ਜਿਹੜਾ ਆਖਾ ਜੀਵਾ ਵਿਸਰੈ ਮਰ ਜਾਓ, ਜਾਂ ਦਰਸ਼ਨ ਦੇਖ ਜੀਵਾ ਗੁਰ ਤੇਰਾ, ਸਾਥੋਂ ਰਿਹਾ ਨਹੀਂ ਜਾਂਦਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਦੇਖੇ ਦੀਦਾਰੇ ਕਰੇ ਬਿਨਾ। ਆਪ ਕੋਈ ਕਿਰਪਾ ਕਰੋ ਸਾਨੂੰ ਕਹਿੰਦੇ ਸ਼ਰਵਣ ਦਰਸ਼ਨ ਕਰਾਓ। ਇਉਂ ਖਾਲਸਾ ਜੀ ਜਿਵੇਂ ਸ਼ਰਵਣ ਦਰਸ਼ਨ ਮੰਨੇ ਵੈ, ਚਿੱਤਰ ਦਰਸ਼ਨ ਮੰਨੇ ਵੈ, ਪ੍ਰਤੱਖ ਦਰਸ਼ਨ ਹੁੰਦੇ ਵੈ, ਇੱਕ ਖਾਲਸਾ ਜੀ ਸੁਪਨ ਦਰਸ਼ਨ ਹੁੰਦੇ ਵੈ। ਤੋ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ ਹੁਣ ਸਾਖਸ਼ਾਤ ਦਰਸ਼ਨ ਕਰਨੋਂ ਰਹੇ। ਆਪ ਬਾਬਾ ਰਾਮ ਕੋਇਰ ਜੀ ਸਾਨੂੰ ਉਹਨਾਂ ਦੀ ਗੁਰੂ ਕਲਗੀਧਰ ਪਾਤਸ਼ਾਹ ਦੀ ਸਾਰੀ ਕਥਾ ਸੁਣਾ ਕਰਕੇ ਨਿਹਾਲ ਕਰੋ, ਗੁਰੂ ਕਲਗੀਧਰ ਪਾਤਸ਼ਾਹ ਦੇ ਸ਼ਰਵਣ ਦਰਸ਼ਨ ਕਰਵਾਓ। ਤੋ ਬਾਬਾ ਰਾਮ ਕੋਇਰ ਜੀਆਂ ਦੇ ਪਾਸਿਓਂ ਭਾਈ ਸਿੰਘ ਸਾਹਿਬ ਸਿੰਘ ਜੀਆਂ ਆਦਿਕ ਸਿੰਘਾਂ ਨੇ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ, ਤੁਸੀਂ ਮਹਾਰਾਜ ਦੇ ਨਾਲ ਬੜਾ ਲੰਮਾ ਸਮਾਂ ਬਤੀਤ ਕੀਤਾ ਹੈ। ਸੁਨ ਸੁਨ ਗੁਣ ਕੋ ਹਿਰਦਾ ਉਮਾਹਤ। ਆ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਅਸੀਂ ਗੁਣਾਂ ਨੂੰ ਸੁਣਾਂਗੇ ਤੇ ਸਾਡੇ ਹਿਰਦੇ ਵਿੱਚ ਬੜਾ ਉਤਸ਼ਾਹ ਪੈਦਾ ਹੋਵੇਗਾ। ਜਾਂ ਗੁਰੂ ਕਲਗੀਧਰ ਪਾਤਸ਼ਾਹ ਦੇ ਗੁਣ ਸੁਣਨ ਵਾਸਤੇ ਸਾਡੇ ਮਨ ਵਿੱਚ ਬੜੀ ਇੱਛਾ ਹੈ। ਸ੍ਰੀ ਗੁਰਬਖਸ਼ ਸਿੰਘ ਕੇ ਪਾਸ। ਤੋ ਇਉਂ ਗੁਰਬਖਸ਼ ਸਿੰਘ ਨਾਮ ਇਹਨਾਂ ਦਾ ਫਿਰ ਬੌੜੋ ਜਦੋਂ ਅੰਮ੍ਰਿਤ ਛਕਣ ਤੋਂ ਬਾਅਦ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਬਾਬਾ ਰਾਮ ਕੋਇਰ ਜੀਆਂ ਨੂੰ ਭਾਈ ਗੁਰਬਖਸ਼ ਸਿੰਘ ਨਾਮ ਦਿੱਤਾ ਸੀ। ਸਭ ਸਿੰਘਨ ਕੀਨਸ ਅਰਦਾਸ। ਤੋ ਬਾਬਾ ਰਾਮ ਕੋਇਰ ਜੀ ਅਥਵਾ ਭਾਈ ਗੁਰਬਖਸ਼ ਸਿੰਘ ਜੀਆਂ ਦੇ ਪਾਸ ਇਹਨਾਂ 13 ਸਿੰਘਾਂ ਨੇ ਅਰਦਾਸ ਕੀਤੀ, ਬੇਨਤੀ ਕੀਤੀ ਮਹਾਰਾਜ ਦੇ ਸ਼ਰਵਣ ਦਰਸ਼ਨ ਕਰਨ ਦੀ ਬਾਬਤ। ਮਹਿਦ ਪ੍ਰਸੰਗ ਗੁਰਨ ਕੇ ਜੇਤੇ। ਤੋ ਜਿੰਨੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬੜੇ ਭਾਰੀ ਜਿੰਨੇ ਪ੍ਰਸੰਗ ਸਨ, ਕਰਨਾ ਕਰਹ ਉਚਾਰਹ ਤੇਤੇ। ਹਾਂ ਬਾਬਾ ਗੁਰਬਖਸ਼ ਸਿੰਘ ਜੀ, ਬਾਬਾ ਰਾਮ ਕੋਇਰ ਜੀ ਕਿਰਪਾ ਕਰੋ ਸਾਡੇ ਤੇ ਸਾਨੂੰ ਸਾਰਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਸ਼ਰਵਣ ਕਰਾਉਣਾ ਕਰੋ। ਸਭ ਸਿੱਖ ਸੰਗਤ ਸੁਨਬੇ ਚਾਹਤ। ਕਿਉਂਕਿ ਇਹ ਬਾਬਾ ਜੀ ਸਾਰੀ ਸੰਗਤ ਜਿਹੜੀ ਹੈ ਉਹ ਗੁਰੂ ਕਲਗੀਧਰ ਮਹਾਰਾਜ ਦਾ ਸਾਰਾ ਜੀਵਨ ਬਿਰਤਾਂਤ ਪ੍ਰਸੰਗ ਇਤਿਹਾਸ ਲੜਾਈਆਂ ਸਭ ਸੁਣਨ ਦੀ ਇੱਛਾ ਰੱਖਦੀ ਹੈ। ਸਤਿਗੁਰ ਗੁਣ ਕੋ ਮਹਾ ਉਮਾਹਤ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਗੁਣਾਂ ਨੂੰ ਸੁਣਨ ਦਾ ਸਾਰੀ ਸੰਗਤ ਦੇ ਹਿਰਦੇ ਵਿੱਚ ਬੜਾ ਉਤਸ਼ਾਹ ਹੈ। ਚੰਦਰ ਬਦਨ ਤੇ ਸੁਧਾ ਸਮਾਨਾ। ਤੁਹਾਡਾ ਚੰਦਰਮਾ ਵਰਗਾ ਬਾਬਾ ਰਾਮ ਕੋਇਰ ਜੀ ਮੁਖ ਹੈ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਜਿਹੜੀ ਇਹ ਕਥਾ ਹੈ, ਮਾਨੋ ਇਹ ਮਕਰੰਦ ਚੰਦਰ ਦੇ ਵਿੱਚੋਂ ਜਿਹੜਾ ਵਾ ਸੁਧਾ ਅੰਮ੍ਰਿਤ ਵਰਗੀਆਂ ਕਿਰਨਾਂ ਚੋਂਦੀਆਂ ਹਨ। ਪ੍ਰਗਟ ਕਰਹਾ ਪੀਵਹਿ ਪਟਕਾਨਾ। ਆਪ ਕਿਰਪਾ ਕਰਕੇ ਉਹ ਸਾਰੀ ਕਥਾ ਆਪਦੇ ਮੁਖਾਰ ਬਿੰਦ ਚੋਂ ਪ੍ਰਤੱਖ ਪ੍ਰਗਟ ਅੰਮ੍ਰਿਤ ਦੇ ਸਮਾਨ ਕਰ ਦੇਵੋ।
ਅਸੀਂ ਜਿਹੜੇ ਆ ਸਾਰੇ ਕੰਨਾਂ ਰੂਪ ਡੋਨਿਆਂ ਰਾਹੀਂ ਇਹ ਸਾਰੀ ਕਥਾ ਅਸੀਂ ਛਕ ਲਵਾਂਗੇ ਸਰੋਤੇ ਬਣ ਕੇ। ਕਮਲ ਬਦਨ ਮਕਰੰਦ ਬਚਨ ਹੈ। ਤੁਹਾਡਾ ਜਿਹੜਾ ਮੁਖ ਹੈ ਇਹ ਰਾਮ ਕੋਇਰ ਸਤਿਪੁਰਖੋ ਮਹਾਂਪੁਰਸ਼ੋ, ਉਹ ਤੁਹਾਡਾ ਕਮਲ ਵਰਗਾ ਬਦਨ ਹੈ ਤੇ ਤੁਹਾਡੇ ਬਚਨਿਓ ਮਾਨੋ ਜਿਵੇਂ ਕਮਲ ਦੇ ਉੱਪਰ ਧੂੜੀ ਮਕਰੰਦ ਆਇਆ ਹੁੰਦਾ ਹੈ। ਮਧਪ ਸਿੰਘ ਅਭਿਲਾਖਤ ਮਨ ਹੈ। ਆ ਸਾਰੇ ਸਿੰਘ ਜਿੰਨੇ ਬੈਠੇ ਆ ਕਥਾ ਸੁਣਨ ਵਾਲੇ, ਹੇ ਸਤਿਪੁਰਖੋ ਇਹ ਮਾਨੋ ਵੀ ਉਹ ਮਕਰੰਦ ਚੁਗਣ ਵਾਸਤੇ ਭੌਰੇ ਆਏ ਹੋਏ ਤੁਹਾਡੇ ਚਰਨਾਂ ਪਾਸ। ਭਾਈ ਰਾਮ ਕੋਇਰ ਸੁਨ ਸ਼ਰਾਵਨੰ। ਬਾਬਾ ਰਾਮ ਕੋਇਰ ਜੀ ਸਤਿਪੁਰਖਾਂ ਨੇ ਇਹਨਾਂ ਸਾਰੇ ਸਿੰਘਾਂ ਦੀ ਬੇਨਤੀ ਸੁਣੀ ਜਦ, ਕਹਿਓ ਚਹਿਤ ਗੁਰ ਗੁਣ ਸੁਖ ਪਾਉਨ। ਤੇ ਫਿਰ ਇਸ ਪ੍ਰਕਾਰ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਾਂ ਸੁੱਖਾਂ ਦੇ ਘਰ ਸਨ, ਮਾਨੋ ਸੁੱਖਾਂ ਦਾ ਖਜ਼ਾਨਾ, ਸਭ ਸੁੱਖ ਤਿਨਾਂ ਦੇ ਵਿੱਚੋਂ ਪ੍ਰਗਟ ਹੁੰਦੇ। ਇਹੋ ਪ੍ਰਸੰਗ ਸੁਨ ਸਰੋਤਾ ਸਾਰੇ। ਇਹ ਸਰੋਤਾ ਜੀ ਇਹ ਪ੍ਰਸੰਗ ਸੁਣਨਾ ਕਰੋ ਸਾਰੇ ਹੀ। ਮਿਲ ਸੰਤੋਖ ਸਿੰਘ ਨਿਕਟ ਉਚਾਰੇ। ਭਾਵ ਕਿ ਜਿਹੜਾ ਇਹ ਖਾਲਸਾ ਜੀ ਇਹ ਭਾਈ ਰਾਮ ਕੋਇਰ ਜੀਆਂ ਨੇ ਫਿਰ ਸਤਿਪੁਰਖਾਂ ਉੱਥੇ ਸਾਰਾ ਪ੍ਰਸੰਗ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਸੁਣਾਉਣਾ ਕੀਤਾ। ਉਹ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਆ ਤੇ ਕਹਿੰਦੇ ਅਸੀਂ ਉਹ ਸਾਰਾ ਪ੍ਰਸੰਗ ਜਿਹੜਾ ਵਾ ਇੱਥੇ ਦੱਸ ਰਹੇ ਹਾਂ। ਰਾਮ ਕੋਇਰ ਕੀ ਪੂਰਬ ਕਥਾ। ਇੰਨੇ ਨੂੰ ਖਾਲਸਾ ਜੀ ਜਦੋਂ ਕਵੀ ਜੀ ਇਹ ਗ੍ਰੰਥ ਦੀ ਕਥਾ, ਕਿਉਂਕਿ ਕਵੀ ਸੰਤੋਖ ਸਿੰਘ ਵੀ ਇਸ ਗ੍ਰੰਥ ਦੀ ਕਥਾ ਵੀ ਕਰਦੇ ਸੀ ਜਦੋਂ ਲਿਖਦੇ ਸੀਗੇ, ਇੱਥੇ ਗ੍ਰੰਥ ਜਦੋਂ ਲਿਖ ਰਹੇ ਵਾ ਤੋ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਨੂੰ ਉੱਥੇ ਜਿਹੜੀ ਸੰਗਤ ਕਥਾ ਸੁਣ ਰਹੀ ਸੀ ਉਹਨਾਂ ਬੇਨਤੀ ਕੀਤੀ ਕਿ ਇਹ ਭਾਈ ਸੰਤੋਖ ਸਿੰਘ ਜੀ ਬਾਬਾ ਰਾਮ ਕੋਇਰ ਜੀ ਕੌਣ ਸਨ, ਪਿਛਲਾ ਉਹਨਾਂ ਦਾ ਪਿਛੋਕੜ ਕੀ, ਉਹਨਾਂ ਦੀ ਜਿਹੜੀ ਪਿਛਲੀ ਕਥਾ ਹੈ, ਕਿਉਂਕਿ ਤੁਸੀਂ ਦੱਸ ਰਹੇ ਹੋ ਵੀ ਇਹ ਸਾਹਿਬ ਸਿੰਘ ਨੇ ਲਿਖਿਆ ਸੀ ਇਤਿਹਾਸ ਜਿਹੜਾ ਬਾਬਾ ਰਾਮ ਕੋਇਰ ਜੀਆਂ ਸੁਣਾਇਆ। ਤੋ ਜਿਵੇਂ ਵੀ ਇਹ ਪਟਿਆਲੇ ਵਾਲੇ ਰਾਜੇ ਦੀ ਪੁੱਤਰੀ ਬੀਬੀ ਪ੍ਰਧਾਨ ਕੌਰ ਦੇ ਪਾਸੋਂ ਇਹ ਸਾਰਾ ਇਤਿਹਾਸ ਬਰਨਾਲੇ ਤੋਂ ਵਾਪਸ ਸਾਡੇ ਪਾਸ ਆਇਆ, ਇਹ ਤੁਸੀਂ ਦੱਸਿਆ ਹੈ। ਤੋ ਹੁਣ ਇਹ ਵੀ ਦੱਸਣਾ ਕਰੋ ਕਿ ਉਹ ਬਾਬਾ ਰਾਮ ਕੋਇਰ ਜੀਆਂ ਦਾ ਪਿਛੋਕੜ ਕੀ ਵੈ, ਸਾਰੀ ਪਿਛਲੀ ਕਥਾ ਦੱਸਣੀ ਸੁਣਾਉਣੀ ਕਰੋ। ਹਮ ਹੈ ਸੁਨਾਵਹ ਹੋਈ ਜਥਾ। ਹਾਂ, ਜਿਵੇਂ ਉਹ ਸਾਰੀ ਬਾਬਾ ਰਾਮ ਕੋਇਰ ਜੀ ਦੀ ਕਥਾ ਵੈ, ਕਿਹੋ ਜਿਹੀ ਸੀ, ਸੁਭਾਅ ਕਿਦਾਂ ਦਾ ਸੀਗਾ, ਰੂਪ ਰੰਗ ਕੈਸਾ ਸੀ ਬਾਬਾ ਰਾਮ ਕੋਇਰ ਜੀ ਦਾ। ਹੇ ਕਵੀ ਸੰਤੋਖ ਸਿੰਘ ਜੀ ਸਾਨੂੰ ਉਹ ਸਾਰੀ ਆਪ ਜੀ ਕਥਾ ਸੁਣਾਉਣੀ ਕਰੋ। ਕਿਮ ਗੁਰ ਨਿਕਟ ਰਹੇ ਸੁਖ ਪਾਏ। ਕਿੰਨਾ ਸਮਾਂ ਬਾਬਾ ਰਾਮ ਕੋਇਰ ਜੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਨਜ਼ਦੀਕ ਰਹੇ ਵਾ, ਚਰਨਾਂ ਵਿੱਚ ਕਿਵੇਂ ਸੇਵਾ ਕੀਤੀ, ਕਿੰਨਾ ਸੁਖ ਮਿਲਿਆ, ਸਭ ਦੱਸਣਾ ਕਰੋ। ਭੇ ਗੁਰ ਬਖਸ਼ ਸਿੰਘ ਕਿਸ ਪਾਏ। ਤੇ ਕਿਵੇਂ ਗੁਰਬਖਸ਼ ਸਿੰਘ ਫਿਰ ਇਹਨਾਂ ਦਾ ਨਾਮ ਬਣਿਆ ਸੀਗਾ ਰਾਮ ਕੋਇਰ ਤੋਂ, ਕਿਵੇਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ਾਂ ਕਰਕੇ ਗੁਰਬਖਸ਼ ਨਾਮ ਰੱਖਣਾ ਕੀਤਾ ਗੁਰਬਖਸ਼ ਸਿੰਘ। ਕਹਾ ਚਰਿਤਰ ਪ੍ਰਥਮ ਇਨ ਕੇਰਾ। ਇਹਨਾਂ ਦਾ ਚਰਿੱਤਰ ਸੁਭਾਅ ਆਚਰਣ ਕਿਸ ਪ੍ਰਕਾਰ ਦਾ ਸੀਗਾ ਕਵੀ ਜੀ ਉਹ ਵੀ ਸਾਨੂੰ ਦੱਸਣਾ ਕਰੋ। ਪੁਨ ਉਚਰਹ ਇਤਿਹਾਸ ਬਡੇਰਾ। ਤੇ ਬਾਕੀ ਫਿਰ ਉਦੋਂ ਬਾਅਦ ਗੁਰੂ ਅੰਗਦ ਦੇਵ ਮਹਾਰਾਜ ਦਾ ਜਿੰਨਾ ਵੀ ਇਤਿਹਾਸ ਇਹਨਾਂ ਨੇ ਉਚਾਰਿਆ ਰਾਮ ਕੋਇਰ ਜੀ ਬਾਬਾ ਗੁਰਬਖਸ਼ ਸਿੰਘ ਜੀਆਂ ਨੇ, ਕਵੀ ਜੀ ਉਹ ਸਾਰਾ ਇਤਿਹਾਸ ਤੁਸੀਂ ਫਿਰ ਬਾਅਦ ਵਿੱਚ ਸਾਨੂੰ ਦੱਸੋ। ਪਹਿਲਾਂ ਬਾਬਾ ਰਾਮ ਕੋਇਰ ਜੀਆਂ ਦਾ ਬਾਬਤ ਸਾਰੀ ਕਥਾ ਸ਼ਰਵਣ ਕਰਵਾਵੋ। ਕਵ ਏਮ ਸੁਨ ਸਰੋਤਣ ਤੇ ਬਾਨੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਅਸੀਂ ਇਹਨਾਂ ਸਾਰਿਆਂ ਸਰੋਤਿਆਂ ਤੋਂ ਸੁਣ ਕਰਕੇ ਇਹਨਾਂ ਦੇ ਬਚਨ ਰਾਮ ਕੋਇਰ ਕੀ ਕਥਾ ਬਖਾਨੀ। ਅਸੀਂ ਫਿਰ ਇਹਨਾਂ ਸਾਰੇ ਸਰੋਤਿਆਂ ਸੰਗਤਾਂ ਨੂੰ ਬਾਬਾ ਧੰਨ ਬਾਬਾ ਰਾਮ ਕੋਇਰ ਜੀਆਂ ਦੀ ਸਾਰੀ ਕਥਾ ਸੁਣਾਈ, ਜਿਹੜੇ ਬਾਬਾ ਬੁੱਢਾ ਸਾਹਿਬ ਦੀ ਅੰਸ਼ ਵਿੱਚੋਂ ਸਨ। ਕੁਛ ਕੁ ਚਰਿੱਤਰ ਕਹਾ ਤਿਨ ਕੇਰਾ। ਉਹ ਬਾਬਾ ਰਾਮ ਕੋਇਰ ਜੀ ਮਹਾਂਪੁਰਸ਼ਾਂ ਦਾ ਕਵੀ ਜੀ ਕਹਿੰਦੇ ਅਸੀਂ ਕੁਝ ਕੁ ਚਰਿੱਤਰ ਦੱਸ ਰਹੇ ਹਾਂ, ਆਖ ਰਹੇ, ਲਿਖ ਰਹੇ ਹਾਂ। ਪਠਤ ਸੁਨਤ ਸੁਖ ਦੇਤ ਕਨੇਰਾ। ਆ ਜਿਹੜਾ ਇਹ ਚਰਿੱਤਰ ਬਾਬਾ ਰਾਮ ਕੋਇਰ ਜੀਆਂ ਦੀ ਮਹਿਮਾ ਵਡਿਆਈ ਸੁਣੇਗਾ ਜਾਂ ਪੜ੍ਹੇਗਾ ਜਾਂ ਗਾਵੇਗਾ, ਸੁਣਾਵੇਗਾ, ਬੜਾ ਆਨੰਦ ਆ ਪ੍ਰਾਪਤ ਹੋਵੇਗਾ। ਮਨ ਵਾਂਛਤ ਫਲ ਪ੍ਰਾਪਤ ਹੋਵੇ। ਉਹ ਉਸੇ ਨੂੰ ਮਨ ਇੱਛਕ ਜਿੰਨੇ ਮਨ ਦੇ ਇੱਛਾ ਕਰਦੇ ਵੈ ਮਨ ਵਿੱਚ ਪਦਾਰਥਾਂ ਦੀ, ਸਾਰੇ ਪਦਾਰਥ ਉਹਨਾਂ ਨੂੰ ਪ੍ਰਾਪਤ ਹੋਵਣਗੇ। ਸੰਚਤ ਪਾਪ ਸਭਿਨ ਕੋ ਖੋਵੇ। ਤੇ ਜਿੰਨੇ ਜਨਮਾਂ ਜਨਮਾਂਤਰਾਂ ਦੇ ਪਾਪ ਜੀਵਾਂ ਨੇ ਇਕੱਠੇ ਕੀਤੇ ਹੋਏ ਆ, ਉਹ ਜਿਹੜਾ ਵੀ ਇਹ ਕਥਾ ਸੁਣੇਗਾ ਉਹਦੇ ਸਾਰੇ ਪਾਪ ਨਾਸ਼ ਹੋ ਜਾਵਣਗੇ, ਜਿਹੜਾ ਗਾਵੇਗਾ ਚਾਹੇ ਪੜ੍ਹੇਗਾ। ਬਿਮਲ ਮਤੀ ਹੋਏ ਲਹਿ ਸੁਖ ਧਾਮ। ਆ ਪਾਪੀ ਤੋਂ ਪਾਪੀ ਪੁਰਸ਼ ਦੀ ਮਾੜੀ ਭੈੜੀ ਮਤ ਨਾਸ਼ ਹੋ ਜਾਵੇਗੀ ਤੇ ਉਜਲ ਮਤ ਵਾਲਾ ਹੋ ਜਾਵੇਗਾ, ਗੁਣਾਂ ਦਾ ਘਰ ਬਣ ਜਾਵੇਗਾ। ਲਿਵ ਲਾਗੇ ਸਿਮਰਨ ਸਤਨਾਮ। ਉਹ ਸੁੱਖਾਂ ਦਾ ਘਰ ਬਣ ਜਾਵੇਗਾ, ਲਿਵ ਲੱਗ ਜਾਵੇਗੀ ਪਰਮੇਸ਼ਰ ਦੇ ਵਾਹਿਗੁਰੂ 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 ਨਾਮ ਸਿਮਰਨ ਦੇ ਨਾਲ ਉਹਦੀ ਲਿਵ ਲੱਗ ਜਾਵੇਗੀ। ਦੋਹਰਾ
ਹਸਤਾ ਮਲਕ ਸਮਾਨ ਔਰ ਤੋ ਇਥੋਂ ਖਾਲਸਾ ਜੀ ਹੁਣ ਕਵੀ ਸੰਤੋਖ ਸਿੰਘ ਜੀ ਬਾਬਾ ਰਾਮ ਕੌਰ ਜੀ ਮਹਾਂਪੁਰਸ਼ਾਂ ਦਾ ਪ੍ਰਸੰਗ ਜਿਹੜਾ ਵਾ ਪ੍ਰਾਰੰਭ ਕਰਦੇ ਸਰੋਤਿਆਂ ਦੇ ਕਹਿਣ ਤੇ ਹੁਣ ਇਹ ਸਾਰਾ ਪ੍ਰਸੰਗ ਆਰੰਭ ਕਰ ਰਹੇ ਵਾ। ਹਸਤਾਮਲਕ ਸਮਾਨ ਉਰਜਨ, ਕਵੀ ਜੀ ਕਹਿੰਦੇ ਜਿਵੇਂ ਹੱਥ ਦੇ ਉੱਪਰ ਕਿਸੇ ਨੇ ਔਲਾ ਰੱਖਿਆ ਹੋਵੇ, ਇਸੇ ਤਰ੍ਹਾਂ ਬਾਬਾ ਰਾਮ ਕੌਰ ਜੀਆਂ ਦਾ ਹਿਰਦਾ ਬਿਲਕੁਲ ਪ੍ਰਤੱਖ ਸਾਹਮਣੇ ਸੀ, ਕੋਈ ਵਲਛਲ ਨਹੀਂ ਸੀ ਤਿਨਾਂ ਦੇ ਹਿਰਦੇ ਵਿੱਚ। ਕੇ ਦਿੜ ਬ੍ਰਹਮ ਗਿਆਨ, ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਇਉਂ ਪੱਕਾ ਸੀਗਾ, ਕੋਈ ਲੁਕਿਆ ਛੁਪਿਆ ਨਹੀਂ। ਬਾਬਾ ਰਾਮ ਕੌਰ ਦੇ ਹਿਰਦੇ ਵਿੱਚ ਇਉਂ ਬ੍ਰਹਮ ਗਿਆਨ ਸੀ ਜਿਵੇਂ ਹੱਥ ਦੇ ਉੱਪਰ ਸਾਹਮਣੇ ਪ੍ਰਤੱਖ ਰੱਖਿਆ ਔਲਾ ਦਿਸਦਾ ਹੈ। ਸ਼੍ਰੀ ਬੁੱਢਾ ਸਾਹਿਬ ਭਏ ਨਮੋ, ਹਾਂ ਕਹਿੰਦੇ ਵੈ ਸ਼੍ਰੀ ਬੁੱਢਾ ਸਾਹਿਬ ਭਏ, ਧੰਨ ਧੰਨ ਸ਼੍ਰੀ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਹੋਏ ਆ ਮਹਾਪੁਰਸ਼। ਨਮੋ ਬੰਦ ਕਰ ਪਾਨ, ਕਵੀ ਜੀ ਕਹਿੰਦੇ ਇਹੋ ਜੇ ਸਤਿਪੁਰਖਾਂ ਨੂੰ ਨਮਸਕਾਰ ਹੈ ਸਾਡੀ, ਉਹਨਾਂ ਦੇ ਚਰਨਾਂ ਤੇ ਨਮਸਕਾਰ ਹੈ। ਤਾਂ ਕਰ ਪਾਣ, ਦੋਵੇਂ ਹੱਥ ਜੋੜ ਕਰਕੇ। ਚਾਉ ਪਈ ਗੁਰ ਸਿੱਖੀ ਕੀ ਅਵਧ ਆਧਾਰਾ, ਗੁਰਸਿੱਖੀ ਦੀ ਅਵਧ ਖਾਲਸਾ ਜੀ ਜਿਹੜੀ ਗੁਰਸਿੱਖੀ ਹੈ ਉਹ ਜਿਹੜੀ ਉੱਚੀ ਤੋਂ ਉੱਚੀ ਸਿੱਖੀ ਦਾ ਆਧਾਰ ਕੌਣ ਸੀ? ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਨ। ਜਿਵੇਂ ਸਭ ਜਲ ਕੀ ਸਿੰਧ ਅਪਾਰਾ, ਜਿਵੇਂ ਖਾਲਸਾ ਜੀ ਸਾਰੇ ਜਲ ਦੀ ਜਿਹੜੀ ਵੈ ਉਹ ਅਵਧੀ ਕੌਣ ਹੈ? ਉਹ ਸਮੁੰਦਰ ਹੈ। ਨਦੀਆਂ ਤੈ ਵਾਹ ਪਵਹਿ ਸਮੁੰਦ ਨਾ ਜਾਣੀਆਂ ਹੈ, ਨਦੀਆਂ ਸਮੁੰਦਰ ਵਿੱਚ ਜਾ ਕੇ ਮਿਲਦੀਆਂ, ਉੱਥੇ ਅੱਗੇ ਨਹੀਂ ਕਿਤੇ ਜਾਂਦੀਆਂ। ਭਾਵ ਕਿ ਨਦੀ ਕਿੱਥੇ ਖੜਦੀ? ਸਮੁੰਦਰ ਵਿੱਚ। ਨਦੀ ਦੀ ਹੱਦ ਅਵਧ ਕੀ ਵੈ? ਅਵਧੀ ਸਮੁੰਦਰ ਹੈ। ਇਸੇ ਤਰ੍ਹਾਂ ਸਿੱਖੀ ਦੀ ਅਵਧ ਧੰਨ ਬਾਬਾ ਬੁੱਢਾ ਸਾਹਿਬ ਜੀ ਸਨ। ਮਾਰ ਤਾਂਡ ਜਿਮ ਤੇਜ ਪ੍ਰਚੰਡ ਹੈ, ਜਿਵੇਂ ਸੂਰਜ ਦਾ ਕਿਰਨਾਂ ਦਾ ਤੇਜ ਪ੍ਰਤਾਪ ਹੁੰਦਾ ਹੈ, ਜਾਂ ਕਹਿ ਲਓ ਸੂਰਜ ਕਿਰਨਾਂ ਦਾ ਜਿਹੜਾ ਪ੍ਰਚੰਡ ਹੈ, ਕਿਰਨਾਂ ਹਨ ਤੇਜ, ਤੇਜ ਪ੍ਰਤਾਪ ਵਾਲੀਆਂ ਕਿਰਨਾਂ ਹਨ, ਤਪਸ਼ ਵਾਲੀਆਂ, ਇਹਨਾਂ ਦੀ ਅਵਧੀ ਮਾਰਤੰਡ ਹੈ, ਸੂਰਜ ਹੈ। ਜਥਾ ਅਖੰਡਲ ਭੂਤਲ ਖੰਡ ਹੈ, ਜਿਸੇ ਤਰ੍ਹਾਂ ਇਸੇ ਪ੍ਰਕਾਰ ਜਿਹੜਾ ਵੈ ਉਹ ਸਾਰੀ ਜਿਹੜੀ ਪ੍ਰਿਥਵੀ ਹੈ, ਭੂਤਲ ਸਾਰੀ ਪ੍ਰਿਥਵੀ ਜਿਹੜੀ ਹੈ ਉਹ ਉਸ ਸਾਰੀ ਪ੍ਰਿਥਵੀ ਦਾ ਕੀ ਕਹੀਏ ਇੰਦਰ ਜਿਹੜਾ ਹੈ ਉਹ ਸਾਰੀ ਪ੍ਰਿਥਵੀ ਦੀ ਅਵਧੀ ਮੰਨਿਆ ਹੈ। ਜਥਾ ਸ਼ਿਮਾ ਕੀ ਛਾਉਣੀ ਹੈ, ਭਾਵ ਕਿ ਸਾਰੀ ਪ੍ਰਿਥਵੀ ਨੂੰ ਫਤਿਹ ਕਰਨ ਵਾਲਾ ਇੰਦਰ ਮੰਨਿਆ ਹੈ। ਜਿਸ ਪ੍ਰਕਾਰ ਖਾਲਸਾ ਜੀ ਜਿਹੜੀ ਧਰਤੀ ਹੈ ਉਹ ਤਾਂ ਛਿਮਾ ਦੀ ਸਾਰੀ ਛਿਮਾ ਦਾ ਅਵਧੀ ਹੱਦ ਕੀ ਹੈ? ਧਰਤੀ ਵਰਗੀ ਖਿਮਾ ਨਹੀਂ ਕਿਸੇ ਦੇ ਪਾਸ। ਜਿਵੇਂ ਸਾਰੀ ਧਰਤੀ ਸਾਰੀ ਛਿਮਾ ਦਾ ਮੁੱਢ, ਸਾਰੀ ਛਿਮਾ ਦੀ ਅਵਧੀ, ਮਾਫੀ ਦੀ ਖਿਮਾ ਦੀ ਅਵਧੀ ਧਰਤੀ ਪ੍ਰਿਥਵੀ ਹੈ। ਵਾਯੂ ਮਹਿਦ ਵੇਗ ਕੀ ਲਹੈ, ਤੇ ਜਿਸ ਪ੍ਰਕਾਰ ਜੇ ਖਾਲਸਾ ਜੀ ਤੇਜ ਝੱਖੜ ਦਾ ਸਾਰੀ ਜਾਂ ਵਰੋਲਿਆਂ ਦਾ ਤੇਜ ਝੱਖੜ ਦੀ ਅਵਧੀ ਹਵਾ ਹੁੰਦੀ ਹੈ। ਸਹਿਨਸ਼ੀਲ ਸਾਂ ਦਰਜ ਸੂਰਤਾ, ਜਿਸ ਪ੍ਰਕਾਰ ਖਾਲਸਾ ਜੀ ਸਹਿਣਸ਼ੀਲ ਸਭ ਤੋਂ ਵੱਡੀ ਜਿਹੜੀ ਵੈ ਤੇ ਸੌਂਦਰ ਕਹੀਏ ਸੁੰਦਰਤਾ ਤੇ ਸੂਰਤਾਈ ਜਿਹੜੀ ਵੈ, ਭਾਵ ਕਿ ਸੂਰਮਤਾਈ, ਇੱਕ ਸੂਰਮਤਾਈ, ਇੱਕ ਸੁੰਦਰਤਾ, ਇੱਕ ਸਹਿਣਸ਼ੀਲਤਾ। ਪ੍ਰਭੂ ਵਿਸ਼ਨ ਹੈ ਸਭ ਹੈ ਪੂਰਤਾ, ਇਹ ਸਭ ਕਾਸੇ ਦੀ ਅਵਧੀ ਕੌਣ ਹੈ? ਪ੍ਰਭੂ ਵਿਸ਼ਨ ਪ੍ਰਭੂ ਜੀ ਹਨ। ਸਾਰੀ ਇਹਨਾਂ ਵਿੱਚ ਪੂਰਤਾ ਲਬਾਲਬ ਭਰੀ ਹੋਈ ਹੈ। ਸੋ ਪ੍ਰਕਾਸ਼ ਕੀ ਅਵਧ ਮਯੰਕਾ, ਇਸੇ ਪ੍ਰਕਾਰ ਜਿਹੜਾ ਪ੍ਰਕਾਸ਼ ਹੈ, ਮਿੱਠੇ ਠੰਡੇ ਪ੍ਰਕਾਸ਼ ਦੀ ਅਵਧੀ ਖਾਲਸਾ ਜੀ ਚੰਦਰਮਾ ਜਿਵੇਂ ਮੰਨਿਆ ਜਾਂਦਾ ਹੈ। ਜਥਾ ਦੁਰਗ ਕੀ ਦੀਰਘ ਲੰਕਾ, ਤੇ ਕਿਲੇ ਬੜੇ ਵੇਖੇ ਵੈ ਪਰ ਸਾਰਿਆਂ ਕਿਲਾਂ ਦੀ ਅਵਧੀ ਉਹ ਲੰਕਾ ਦਾ ਕੋਟ ਹੈ। ਜਿਹੜਾ ਵੈ ਰਾਵਣ ਦੇ ਪਾਸ ਸੋਨੇ ਦੀ ਲੰਕਾ, ਉਹਦੇ ਵਰਗਾ ਕਿਲਾ ਨਹੀਂ ਕੋਈ ਵੀ। ਭਾਵ ਸਾਰੇ ਕਿਲਿਆਂ ਚੋਂ ਕਿਲਾ ਲੰਕਾ ਦਾ ਮੰਨਿਆ ਜਾਂਦਾ। ਜਿਸ ਪ੍ਰਕਾਰ ਨਾਗਨ ਸ਼ੇਸ਼ ਬਾਸ ਕੀ ਸਰਪਨ, ਜਿਸ ਪ੍ਰਕਾਰ ਸੱਪਾਂ ਚੋਂ ਸੱਪ ਨਾਗ ਸ਼ੇਸ਼ਨਾਗ ਮੰਨਿਆ ਜਾਂਦਾ, ਸਾਰੇ ਸੱਪਾਂ ਦੀ ਅਵਧੀ ਬਾਸ਼ਕੀ ਤੇ ਸ਼ੇਸ਼ਨਾਗ ਆਦਿਕ ਮੰਨੇ ਜਾਂਦੇ ਆ। ਤਾਨ ਹੰ ਤਜਨ ਹੋਤ ਸਭ ਅਰਪਨ, ਤੇ ਜਿੱਥੇ ਵੱਡੇ ਵੱਡੇ ਦਾਨ ਅਰਪ ਕਰਨੇ ਆ, ਬੜੀਆਂ ਭੇਟਾਂ ਚੜਾਉਣੀਆਂ, ਭੇਟਾਂ ਚੋਂ ਭੇਟਾ ਕਿਹੜੀ ਮੰਨੀ ਜਾਂਦੀ ਹੈ? ਸਰੀਰ ਦੀ ਹੰਗਤਾ ਛੱਡ ਦੇਣੀ, ਆਪਦੇ ਹਿਰਦੇ ਚੋਂ ਹੰਕਾਰ ਛੱਡ ਦੇਣਾ। ਇਹ ਸਾਰਿਆਂ ਦਾਨਾਂ ਦੀ, ਸਾਰਿਆਂ ਭੇਟਾਵਾਂ ਦੀ ਅਵਧੀ ਸਿਰਾ ਹੈ। ਲਿਖਨ ਵਿਖੈ ਜਿਮ ਅਵਧ ਗਜਾਨਨ, ਲਖਾਰੀਆਂ ਚੋਂ ਲਖਾਰੀ ਜਿਹੜਾ ਵੱਡਾ ਮੰਨਿਆ ਗਿਆ, ਜਿਵੇਂ ਗਜਾਨਨ ਕਹੀਏ ਗਣੇਸ਼, ਲਖਾਰੀਆਂ ਚੋਂ ਲਖਾਰੀ ਕਵੀ ਜੀ ਕਹਿੰਦੇ ਮੰਨਿਆ ਜਾਂਦਾ ਹੈ। ਜੋਗੀ ਸਭਹਿਨ ਕੀ ਪੰਚਾਨਨ, ਤੇ ਸਾਰਿਆਂ ਜੋਗੀਆਂ ਚੋਂ ਜੋਗੀ ਜਿਹੜਾ ਸ਼ਿਵ ਭਗਵਾਨ, ਸਾਰਿਆਂ ਜੋਗੀਆਂ ਦੀ ਅਵਧੀ ਹੈ। ਸੈਨਾਪਤ ਕੀ ਅਵਧ ਖਡਾਨਨ, ਤੇ ਸੈਨਾਪਤ ਬੜੇ ਸੁਣੇ ਵੈ ਪਰ ਜਿਹੜਾ ਵੈ ਸ਼ਾਮ ਕਾਰਤਿਕ ਇਹਦਾ ਪੁੱਤਰ ਵੈ ਸ਼ਿਵ ਭਗਵਾਨ ਦਾ, ਇਹਦੇ ਵਰਗਾ ਕੋਈ ਸੈਨਾਪਤੀ ਨਹੀਂ। ਸਾਰੇ ਸੈਨਾਪਤੀਆਂ ਦੀ ਅਵਧੀ ਸ਼ਿਵਕਾਰ ਜਿਹੜਾ ਵੈ
ਉਹ ਸ਼ਾਮ ਕਾਰਤਿਕ ਮੰਨਿਆ ਹੈ। ਰਚਨਾ ਰਚਨਨ ਮਹਿ ਚਤੁਰਾਨਨ ਤੇ ਰਚਨਾ ਰਚਨ ਵਾਲੇ ਬੜੇ ਵੈ, ਪਰ ਸਾਰਿਆਂ ਚੋਂ ਰਚਨਾ ਰਚਨ ਵਾਲਿਆਂ ਦੀ ਅਵਧੀ ਬ੍ਰਹਮਾ ਚਤੁਰਾਨਨ ਚਾਰ ਮੂੰਹਾਂ ਵਾਲਾ ਇਹ ਬ੍ਰਹਮਾ ਮੰਨਿਆ ਜਾਂਦਾ ਹੈ। ਤਿਮ ਬੁੱਢਾ ਸਾਹਿਬ ਬ੍ਰਹਮ ਗਿਆਨੀ ਇਹ ਪ੍ਰਮਾਣ ਦੇ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਵੀ ਜੀ ਕਹਿੰਦੇ ਹੋ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਸੀ। ਬ੍ਰਹਮ ਗਿਆਨੀਆਂ ਚੋਂ ਬ੍ਰਹਮ ਗਿਆਨੀ ਜੀ ਹੋਏ, ਸਾਰੇ ਬ੍ਰਹਮ ਗਿਆਨੀਆਂ ਦੀ ਅਵਧੀ ਸਨ ਧੰਨ ਬਾਬਾ ਬੁੱਢਾ ਸਾਹਿਬ ਜੀ। ਸਿੱਖੀ ਕੇ ਆਧਾਰ ਗੁਣ ਖਾਨੀ ਸਿੱਖੀ ਦਾ ਆਸਰਾ ਸੀ, ਗੁਣਾਂ ਦੀ ਖਾਨ ਸਨ, ਬੜੇ ਗੁਣ ਸੀ ਸਤਪੁਰਖਾਂ ਦੇ ਅੰਦਰ। ਤਿਨ ਕੋ ਸਜਸ ਕਹਾਂ ਲਾਓ ਕਹੀਐ ਕਵੀ ਜੀ ਕਹਿੰਦੇ ਸਾਡੀ ਬੁੱਧ ਨਹੀਂ ਉਹਨਾਂ ਦੀ ਵਡਿਆਈ ਕਰ ਸਕੀਏ, ਬੜੀ ਮਹਿਮਾ ਹੈ ਬਾਬਾ ਬੁੱਢਾ ਸਾਹਿਬ ਜੀਆਂ ਦੀ, ਕਹੀ ਨਹੀਂ ਜਾ ਸਕਦੀ। ਜੀਵਨ ਮੁਕਤ ਅਵਸਥਾ ਲਹੀਐ ਜਿਸ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਖਾਂ ਨੇ ਜਿਉਂਦੇ ਹੋਏ ਜੀਵਨ ਮੁਕਤ ਦੀ ਅਵਸਥਾ ਨੂੰ ਪ੍ਰਾਪਤ ਕੀਤਾ ਸੀ। ਤਿਨ ਕੋ ਪੁੱਤਰ ਨਾਮ ਕਹਿ ਭਾਣਾ ਬਾਬਾ ਬੁੱਢਾ ਸਾਹਿਬ ਜੀਆਂ ਦੀ ਕੁਲ ਵਿੱਚ ਦੀਪਕ ਰੂਪ ਪੁੱਤਰ ਪੈਦਾ ਹੋਏ, ਸਾਹਿਬਜ਼ਾਦੇ ਜਿਨ੍ਹਾਂ ਦਾ ਨਾਮ ਭਾਣਾ ਕਰਕੇ ਉਹ ਭਾਨਾ ਕਹਿ ਕਰਕੇ ਜਿਹੜਾ ਇਤਿਹਾਸ ਵਿੱਚ ਆਉਂਦਾ ਹੈ। ਜਿਨ ਜਾਣਿਓ ਮੀਠੋ ਗੁਰ ਭਾਣਾ ਕਵੀ ਜੀ ਕਹਿੰਦੇ ਜਿਨ੍ਹਾਂ ਨੇ ਉਸ ਪਰਮੇਸ਼ਰ ਦਾ ਜਾਂ ਗੁਰੂ ਹਰਗੋਬਿੰਦ ਰਾਏ ਮਹਾਰਾਜ 10 ਪਾਤਸ਼ਾਹੀਆਂ ਇਹਨਾਂ ਦਾ ਭਾਣਾ ਸਦਾ ਹਿਰਦੇ ਵਿੱਚ ਮਿੱਠਾ ਕਰਕੇ ਮੰਨਿਆ। ਪਿਤਾ ਸਮਾਨ ਗਿਆਨ ਮਹਿ ਪੂਰਾ ਇਹ ਭਾਈ ਭਾਨਾ ਜੀ ਵੀ ਪਿਤਾ ਬਾਬਾ ਬੁੱਢਾ ਸਾਹਿਬ ਜੀਆਂ ਦੇ ਵਾਂਗੂ ਗਿਆਨ ਬ੍ਰਹਮ ਗਿਆਨ ਵਿੱਚ ਪੂਰੇ ਸੂਰੇ ਸਨ। ਕਾਮਾਦਿਕ ਰਿਪ ਹਤੇ ਬਿਸੂਰਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਪੰਜੇ ਵਿਕਾਰ ਸੂਰਮੇ ਵੈ, ਉਹ ਇਸ ਸੂਰਮੇ ਨੇ ਜਿੱਤੇ ਹੋਏ ਸਨ ਭਾਈ ਭਾਨਾ ਜੀ ਨੇ। ਤਿਸ ਕੋ ਪੁੱਤਰ ਨਾਮ ਕਹਿ ਸ਼ਰਵਣ ਉਹਨਾਂ ਦਾ ਫਿਰ ਪੁੱਤਰ ਹੋਇਆ ਬਾਬਾ ਭਾਨਾ ਜੀ ਦਾ ਅਥਵਾ ਬਾਬਾ ਬੁੱਢਾ ਸਾਹਿਬ ਜੀ ਦਾ ਪੋਤਰਾ, ਜਿਨ੍ਹਾਂ ਦਾ ਨਾਮ ਸਾਧ ਸੰਗਤ ਜੀ ਅੱਗੇ ਜਿਹੜਾ ਵਾ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਪੋਤਰੇ ਬਾਬਾ ਭਾਨਾ ਜੀ ਦੇ ਪੁੱਤਰ, ਜਿਨ੍ਹਾਂ ਦਾ ਨਾਮ ਸਰਵਣ ਆਉਂਦਾ ਹੈ ਜਾਂ ਸਰਵਣ ਇੱਥੇ ਆਇਆ ਵਾ, ਸਰਵਣ ਜਿਨ੍ਹਾਂ ਦਾ ਨਾਮ ਹੈ। ਸ਼ਰਵਣ ਸੁਣਿਓ ਜਸ ਜਿਹ ਸਮ ਸ਼ਰਵਣ ਕਹਿੰਦੇ ਵੈ ਬਾਬਾ ਸਰਵਣ ਜੀ ਦਾ ਜਸ ਇਉਂ ਸੁਣਿਓ ਜਿਸ ਪ੍ਰਕਾਰ ਅਸੀਂ ਕੰਨੀ ਸੁਣਿਆ ਹੈ। ਕਵੀ ਜੀ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਦੇ ਪੋਤਰੇ ਦੀ ਵੀ ਵਡਿਆਈ ਸੁਣ ਲਵੋ। ਸਤਿਗੁਰ ਸਿੱਖੀ ਕਹ ਵੱਡ ਭਾਰਾ ਆ ਸਤਿਗੁਰੂ ਪਾਤਸ਼ਾਹ ਦੀ ਸਿੱਖੀ ਵਿੱਚ ਬੜੇ ਭਾਰੀ ਸਿੱਖ ਹੋਏ ਹਨ ਭਾਈ ਸਰਵਣ ਜੀ। ਸਰਬ ਸਹਾਰਿਓ ਭਾ ਜਗ ਭਾਰਾ ਮਾਨੋ ਸਾਰੇ ਸੰਸਾਰ ਦਾ ਭਾਰ ਜਿਹੜਾ ਵਾ ਭਾਈ ਸਰਵਣ ਜੀ ਆਪਦੇ ਸਿੱਖੀ ਧਾਰ ਕਰਕੇ ਸਿਰ ਉੱਪਰ ਟਿਕਾਇਆ ਹੋਵੇ। ਤਿਨ ਕੇ ਉਪਜਿਓ ਪੁੱਤਰ ਜਲਾਲ ਤੇ ਭਾਈ ਸਰਵਣ ਜੀਆਂ ਦੇ ਘਰ ਵਿੱਚ ਬਾਬਾ ਬੁੱਢਾ ਸਾਹਿਬ ਜੀਆਂ ਦਾ ਪੜੋਤਰਾ ਭਾਈ ਜਲਾਲ ਨਾਮੇ ਸਿੱਖ ਪੈਦਾ ਹੋਇਆ। ਗੁਰ ਭਗ ਪ੍ਰੇਮ ਰੰਗ ਚੜ ਲਾਲ ਤੇ ਗੁਰੂ ਪਾਤਸ਼ਾਹ ਜੀਆਂ ਦੀ ਸਿੱਖੀ ਬੜੀ ਕਮਾਈ ਭਾਈ ਜਲਾਲ ਜੀਆਂ ਗੁਰੂ ਦੇ ਚਰਨਾਂ ਦਾ ਪ੍ਰੇਮ ਜਿਹੜਾ ਵਾ ਸਦਾ ਗੂੜਾ ਲੱਗਾ ਹੋਇਆ ਸੀ ਭਾਈ ਜਲਾਲ ਜੀਆਂ ਦੇ ਹਿਰਦੇ ਅੰਦਰ। ਬਹੁ ਸਿੱਖਿਆ ਨ ਕਹ ਗੁਰਮਤਿ ਦੀਨਸ ਇਹਨਾਂ ਨੇ ਬੜੇ ਸਿੱਖਾਂ ਨੂੰ ਗੁਰੂ ਕੀ ਮੱਤ ਦੇ ਨਾਲ ਜੋੜਨਾ ਕੀਤਾ। ਮਿਲੇ ਪਹੁੰਚ ਨਰ ਮੁਕਤੀ ਕੀਨਸ ਜਿਹੜੇ ਵੀ ਜੀਵ ਮਨੁੱਖ ਇਹਨਾਂ ਦੇ ਪਾਸ ਭਾਈ ਜਲਾਲ ਜੀ ਦੇ ਪਾਸ ਗਏ, ਉਹਨਾਂ ਨੂੰ ਗੁਰਮਤਿ ਦੇ ਕੇ ਮੁਕਤੀ ਦਿੱਤੀ ਏ ਭਾਈ ਜਲਾਲ ਜੀਆਂ ਨੇ। ਤਿਸ ਕੋ ਪੁੱਤਰ ਨਾਮ ਕਹਿ ਝੰਡਾ ਤਿੰਨਾਂ ਦੇ ਘਰੇ ਅੱਗੇ ਪੁੱਤਰ ਪੈਦਾ ਹੋਇਆ ਜਿਨ੍ਹਾਂ ਦਾ ਨਾਮ ਭਾਈ ਝੰਡਾ ਨਾਮ ਆਉਂਦਾ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਪੋਤਰੇ ਦੇ ਪੋਤਰੇ ਸਨ ਭਾਈ ਝੰਡਾ ਜੀ। ਜਿਸ ਕੋ ਜਸ ਜਾਹਰ ਜਿਮ ਝੰਡਾ ਜਿਨ੍ਹਾਂ ਦਾ ਵਡਿਆਈ ਹੋਵਾ ਜਿਵੇਂ ਨਿਸ਼ਾਨ ਸਾਹਿਬ ਝੁੱਲਦੇ ਵੈਣ ਜਿਹੜੇ ਵਾ ਇੱਕ ਰਸ, ਜਿਵੇਂ ਨਿਸ਼ਾਨ ਸਾਹਿਬ ਪ੍ਰਤੱਖ ਝੁੱਲਦੇ ਵੈ, ਉਸੇ ਤਰ੍ਹਾਂ ਭਾਈ ਝੰਡਾ ਜੀ ਦੇ ਕਹਿੰਦੇ ਵਡਿਆਈ ਹੋਵਾ ਜਿਵੇਂ ਨਿਸ਼ਾਨ ਸਾਹਿਬ ਝੁੱਲ ਰਿਹਾ ਹੋਵੇ। ਬ੍ਰਹਮਾਕਾਰ ਬ੍ਰਿਤ ਇੱਕ ਰਸ ਮੈਂ ਜਿਨ੍ਹਾਂ ਦੀ ਬਿਰਤੀ ਬ੍ਰਹਮਾਕਾਰ ਸੀ ਤੇ ਸਦਾ ਇੱਕ ਰਸ ਰੂਪ ਹੋਈ ਸੀ, ਸਦਾ ਇੱਕ ਰਸ ਹੀ ਰਹਿੰਦੇ ਸਨ। ਜਿਸ ਕੇ ਨਹੀਂ ਅਨਿਕਤਾ ਦ੍ਰਿਸ਼ ਮੈਂ ਜਿਨ੍ਹਾਂ ਦੀ ਦ੍ਰਿਸ਼ਟੀ ਵਿੱਚ ਕਦੇ ਅਨੇਕਤਾ ਨਹੀਂ ਸੀ, ਸਾਰਿਆਂ ਨੂੰ ਇੱਕੋ ਦ੍ਰਿਸ਼ਟੀ ਨਾਲ ਵੇਖਦੇ ਸੀ, ਸਮ ਦ੍ਰਿਸ਼ਟੀ ਰੱਖਦੇ ਸੀ। ਪਾਪੀ ਪੁੰਨੀ ਚੋਰ ਤੇ ਮਿੱਤਰ ਦੇ ਵਾਸਤੇ ਦੁਸ਼ਮਣ ਵਾਸਤੇ ਇਨ ਤੇ ਸਤ ਗੁਰ ਦਿੱਤਾ ਹੋਵਾ ਤਿਨਾਂ ਦੇ ਘਰ ਖਾਲਸਾ ਜੀ ਬਾਬਾ ਗੁਰਦਿੱਤਾ ਜੀ ਹੋਏ। ਭਾਈ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਖਾਂ ਦੇ ਪੋਤਰੇ ਦੇ ਘਰ ਅੱਗੇ ਪੁੱਤਰ ਜਿਨ੍ਹਾਂ ਦਾ ਨਾਮ ਭਾਈ ਗੁਰਦਿੱਤਾ ਜੀ ਹੈ। ਗੁਰ ਸਿੱਖੀ ਜਿਨ ਮਾਰਗ ਜੋਵਾ ਜਿਨ੍ਹਾਂ ਨੇ ਗੁਰੂ ਕੀ ਸਿੱਖੀ ਦੇ ਮਾਰਗ ਤੇ ਬੜਾ ਜਿਹੜਾ ਵਾ ਸਪਸ਼ਟ ਹੋ ਕਰਕੇ ਚੱਲੇ ਸਨ, ਜਿਨ੍ਹਾਂ ਨੇ ਗੁਰਸਿੱਖੀ ਮਾਰਗ ਪ੍ਰਾਪਤ ਕੀਤਾ। ਅੰਤ ਸਮੈ ਪਦ ਪਰਮ ਪਹੁੰਚਾ ਤੇ ਅੰਤਲੇ ਸਮੇਂ ਬਾਬਾ ਗੁਰਦਿੱਤਾ ਜੀ ਵੱਡੀ ਪਦਵੀ ਨੂੰ ਪ੍ਰਾਪਤ ਹੋਏ। ਸੱਚੇ ਪਾਤਸ਼ਾਹ ਜੀਆਂ ਬ੍ਰਹਮ ਲੀਨ ਕਰ ਲਿਆ ਸੀ। ਬ੍ਰਹਮ ਗਿਆਨ ਮਹਿ ਜਿਸ ਮਨ ਰੂਚਾ ਜਿਸ ਬਾਬਾ ਗੁਰਦਿੱਤਾ ਜੀ ਦਾ ਮਨ ਬ੍ਰਹਮ ਗਿਆਨ ਦੇ ਵਿੱਚ ਰੂਚਾ ਕਹੀਏ ਰੁਚੀ ਰੱਖਦਾ ਸੀ, ਬੜਾ ਪ੍ਰੇਮ ਰੱਖਦਾ ਸੀ। ਰਾਮ ਕੋਇਰ ਉਪਜਿਓ ਤਿਹ ਆਨੰਦ ਇਹਨਾਂ ਦੇ ਘਰੇ ਬਾਬਾ ਰਾਮ ਕੋਇਰ ਜੀ ਪੈਦਾ ਹੋਏ।
ਸ਼੍ਰੇਸ਼ਟ ਨੰਦ ਬਾਬਾ ਰਾਮ ਕੌਰ ਜੀ ਤਿੰਨਾਂ ਦੇ ਘਰੇ ਇਹ ਪੈਦਾ ਹੋਏ। ਧੰਨ ਬਾਬਾ ਬੁੱਢਾ ਸਾਹਿਬ ਜੀਆਂ ਦੇ ਖਾਲਸਾ ਜੀ ਪੋਤਰੇ ਦੇ ਇਉਂ ਪੋਤਰੇ ਦੇ ਪੋਤਰੇ ਦੇ ਪੋਤਰੇ ਖਾਲਸਾ ਜੀ ਬਾਬਾ ਰਾਮ ਕੌਰ ਜੀ ਹੋਏ ਹਨ। ਜੀਵਨ ਮੁਕਤ ਸੋ ਜੁਗਤ ਆਨੰਦ। ਇਸੇ ਪ੍ਰਕਾਰ ਜਿਹੜੇ ਵੇ ਜੀਵਨ ਮੁਕਤ ਹੋਏ ਵੇ ਧੰਨ ਬਾਬਾ ਰਾਮ ਕੌਰ ਜੀ ਤੇ ਆਨੰਦ ਦੇ ਸਹਿਤ ਜਿਹੜੇ ਸਨ ਤੇ ਜੀਵਨ ਮੁਕਤ ਸਨ। ਨੇਤ ਨੇਤ ਜਿਸ ਵੇਦ ਬਤਾਵੈ। ਇਹੋ ਜਿਹੇ ਬ੍ਰਹਮ ਗਿਆਨੀ ਸਨ ਜਿਨ੍ਹਾਂ ਨੂੰ ਨੇਤ ਨੇਤ ਭਾਵ ਕਿ ਜਿਨ੍ਹਾਂ ਦੀ ਵਡਿਆਈ ਮਹਿਮਾ ਵੇਦਾਂ ਨੇ ਵੀ ਗਾਈ ਹੈ। ਨਿਤ ਅਖੰਡ ਤਿਸ ਪਦ ਲਿਵ ਲਾਵੈ। ਤੇ ਉਸ ਪਰਮੇਸ਼ਰ ਦੇ ਇੱਕ ਰਸ ਸਦਾ ਹੀ ਜਿਹੜਾ ਨੇਤ ਨੇਤ ਕਥੰਤ ਵੇਦਾ, ਜਿਸ ਪਰਮੇਸ਼ਰ ਦੀ ਵੇਦਾਂ ਨੇ ਵੀ ਮਹਿਮਾ ਗਾਈ ਹੈ, ਉਸ ਪਰਮੇਸ਼ਰ ਦੇ ਚਰਨਾਂ ਵਿੱਚ ਇੱਕ ਰਸ ਲਿਵ ਲਾ ਕੇ ਰੱਖਣ ਵਾਲੇ ਸੀ ਬਾਬਾ ਰਾਮ ਕੌਰ ਜੀ। ਤੁਰੀ ਅਵਸਥਾ ਚਿਤ ਅਰੂੜਾ। ਜਿਹੜੀ ਚੌਥੀ ਅਵਸਥਾ ਵੇਦਾਂ ਵਿੱਚ ਮੰਨੀ ਵਾ ਤੁਰੀਆ ਅਵਸਥਾ, ਤੁਰੀਆ ਅਵਸਥਾ ਨੂੰ ਉਨਮਨ ਅਵਸਥਾ ਨੂੰ ਪ੍ਰਾਪਤ ਹੋਏ ਸੀ ਕਿ ਚਿੱਤ ਜਿਹੜਾ ਸੀ ਜਿਨ੍ਹਾਂ ਦਾ ਉਹ ਇਸ ਪ੍ਰਕਾਰ ਤੁਰੀਆ ਅਵਸਥਾ ਦੇ ਵਿੱਚ ਜਿਹੜਾ ਵਾ ਲੀਨ ਸੀਗਾ, ਸਥਿਤ ਹੋਇਆ ਟਿਕਿਆ ਸੀ। ਬਿਨ ਸਤਿਗੁਰ ਜੋ ਸਭ ਕਹ ਗੂੜਾ। ਕਹਿੰਦੇ ਵਾ ਧੰਨ ਸਤਿਗੁਰੂ ਬਿਨ ਸਤਿਗੁਰ ਜੋ ਸਭ ਕਹੋ ਗੂੜਾ। ਕਹਿੰਦੇ ਗੁਰੂ ਪਾਤਸ਼ਾਹ ਤੋਂ ਬਿਨਾ ਇਹ ਭੇਦ ਕਿਸੇ ਨੇ ਨਹੀਂ ਪਾਇਆ, ਸਾਰਿਆਂ ਤੋਂ ਗੁੱਝਾ ਹੈ ਕੇਵਲ ਪਾਇਆ ਤੇ ਬਾਬਾ ਰਾਮ ਕੌਰ ਜੀਆਂ ਪ੍ਰਾਪਤ ਕੀਤਾ ਸੀ। ਉਨਮਨ ਅਵਸਥਾ ਦਾ ਭੇਦ ਜਿਹੜਾ ਸਾਰਿਆਂ ਜੀਵਾਂ ਤੋਂ ਗੁੱਝਾ ਹੈ, ਗੁੱਝੇ ਭੇਦ ਉਨਮਨ ਅਵਸਥਾ ਨੂੰ ਪ੍ਰਾਪਤ ਹੋਏ ਆ ਬਾਬਾ ਰਾਮ ਕੌਰ ਜੀ। ਬਾਲਕ ਸਮਤਾ ਵੇਦ ਜੋ ਕਹੈ। ਕਹਿੰਦੇ ਜਿਹੜੀ ਉਹ ਉਨਮਨ ਅਵਸਥਾ ਜਿੱਥੇ ਬਿਰਤੀ ਬਾਲਕ ਬੱਚੇ ਵਾਂਗੂ ਮਤਵਾਰੇ ਕੀ ਕੇਲ, ਜਿਵੇਂ ਮਤਵਾਰੇ ਦੀ ਕੇਲ ਬੱਚੇ ਦੀ, ਉਹ ਨਾ ਕੁਝ ਪ੍ਰਾਪਤ ਦਾ ਸੁਖ ਨਾ ਕੋਈ ਵਸਤੂ ਦੂਰ ਗਈ ਦਾ ਖੋ ਗਈ ਦਾ ਨਾਸ਼ ਹੋਈ ਦਾ ਦੁੱਖ, ਬੱਚੇ ਵਰਗੀ ਬਿਰਤੀ ਸੀ। ਮੁਗਲਾਂ ਨੇ ਖਾਲਸਾ ਜੀ ਇਹਨਾਂ ਦੇ ਡੇਰੇ ਤੇ ਇੱਕ ਵਾਰੀ ਹਮਲਾ ਕੀਤਾ ਸੀ। ਰਮਦਾਸ ਜਦੇ ਪਤਾ ਲੱਗਿਆ ਵੀ ਬੜੇ ਬ੍ਰਹਮ ਗਿਆਨੀ ਮਹਾਂਪੁਰਸ਼ ਹਨ, ਅਸੀਂ ਕਾਹਨੂੰ ਇਹਨਾਂ ਦਾ ਡੇਰਾ ਲੁੱਟਣਾ ਸੀ। ਤੋ ਖਾਲਸਾ ਜੀ ਉਹ ਇਸੇ ਪ੍ਰਕਾਰ ਉਹ ਡੇਰੇ ਵਿੱਚੋਂ ਸਭ ਸਮਾਨ ਭਾਂਡਾ ਟੀਂਡਾ ਛੰਨਾ ਸਭ ਲੈ ਗਏ ਸੀ। ਇੰਨੀ ਬਿਰਤੀ ਖਾਲਸਾ ਸੀਗੀ ਇਹਨਾਂ ਦੀ ਬੱਚਿਆਂ ਵਰਗੀ। ਬਾਬਾ ਰਾਮ ਕੌਰ ਜਦੇ ਮੋੜਨ ਆਏ ਵਾਪਸ, ਬਾਬਾ ਰਾਮ ਕੌਰ ਜੀ ਦੇ ਚਰਨੀ ਪੈ ਕੇ ਫੌਜਦਾਰ ਕਹਿੰਦਾ ਵਾ ਮਹਾਰਾਜ ਦੱਸੋ ਤੁਹਾਡਾ ਕੀ ਅਸੀਂ ਚੁੱਕ ਕੇ ਲੈ ਗਏ, ਅਸੀਂ ਸਾਰਾ ਹੀ ਵਾਪਸ ਕਰਨ ਨੂੰ ਤਿਆਰ ਆ। ਹਾਲਾਂਕਿ ਡੇਰੇ ਵਿੱਚ ਖਾਲਸਾ ਜੀ ਬੜਾ ਸਮਾਨ ਸੀ, ਉੱਥੋਂ ਕੱਖ ਵੀ ਨਹੀਂ ਰਹਿ ਗਿਆ, ਸਭ ਲੈ ਗਏ ਸੀ। ਪਰ ਮਹਾਂਪੁਰਸ਼ਾਂ ਦੀ ਖਾਲਸਾ ਜੀ ਬਿਰਤੀ ਕਿਤੇ ਵੀ ਨਹੀਂ ਸੀ, ਕਿਸੇ ਸਮਾਨ ਵਸਤੂ ਵਿੱਚ ਫਸੀ ਹੋਈ ਨਹੀਂ। ਜਿੱਥੇ ਬੈਠਦੇ ਸੀਗੇ ਉੱਥੇ ਸਾਹਮਣੇ ਬਾਜ ਬੈਠਿਆ ਕਰਦੇ ਸੀ, ਬਾਜਾਂ ਦੇ ਬੈਠਣ ਨੂੰ ਅੱਡੇ ਬਣੇ ਹੁੰਦੇ ਵਾ ਲੱਕੜ ਦੇ। ਕਹਿੰਦੇ ਜੀ ਬਾਕੀ ਸਾਰਾ ਕੋਈ ਤਾਂ ਸਾਡੇ ਪਾਸ ਹੈ, ਸਾਡੇ ਬਾਜਾਂ ਦੇ ਅੱਡੇ ਨਹੀਂ ਲੱਭਦੇ, ਵਾਪਸ ਕਰ ਦਿਓ ਇਕੱਲੇ। ਉਹ ਵੇਖ ਕੇ ਖਾਲਸਾ ਜੀ ਹੈਰਾਨ ਹੋਇਆ, ਫੌਜਦਾਰ ਮੈਂ ਛੱਡਿਆ ਹੀ ਕੱਖ ਨਹੀਂ, ਇਹ ਸਾਧੂ ਦੀ ਬਿਰਤੀ ਇਕੱਲੇ ਬਾਜਾਂ ਦੇ ਅੱਡੇ ਤੇ ਟਿਕੀ ਹੋਇਆ। ਭਾਵ ਜਿੰਨੀ ਕੋ ਮਾੜੀ ਮੋਟੀ ਉਹ ਅੱਗੇ ਅੱਖਾਂ ਦੇ ਸਾਹਮਣੇ ਜਿਹੜੀ ਵਸਤੂ ਆਈ ਉਹੀ ਦਿਸੀ, ਮਨ ਵਿੱਚ ਕਿਸੇ ਵਸਤੂ ਦਾ ਖਾਲਸਾ ਜੀ ਸ਼ੋਕ ਨਹੀਂ ਸੀ। ਇਹੋ ਜੀ ਬੱਚਿਆਂ ਵਾਲੀ ਉਨਮਨ ਅਵਸਥਾ ਬਿਰਤੀ ਵਿੱਚ ਸਨ ਧੰਨ ਬਾਬਾ ਰਾਮ ਕੌਰ ਜੀ। ਤੋ ਇਸੇ ਪ੍ਰਕਾਰ ਕਵੀ ਜੀ ਕਹਿ ਰਹੇ ਵੈ ਜਿਨ੍ਹਾਂ ਦੀ ਬਿਰਤੀ ਬੱਚਿਆਂ ਵਰਗੀ ਸੀਗੀ, ਕਹੀ ਜਾਂਦੀ ਹੈ ਵੇਦ ਜਿਹਨੂੰ ਉਨਮਨ ਅਵਸਥਾ ਦੱਸਦੇ ਹਨ। ਤਿਸ ਮਹਿ ਸਦਾ ਵਰਤ ਤੋ ਰਹੈ। ਭਾਈ ਰਾਮ ਕੌਰ ਜੀ ਸਦਾ ਇਸ ਉਨਮਨ ਅਵਸਥਾ ਵਿੱਚ ਹੀ ਵਰਤੇ ਸਨ, ਵਰਤਦੇ ਰਹੇ ਆ। ਕੁਛ ਕ ਚਰਿਤ੍ਰ ਕਹੋ ਤਿਸ ਕੇਰਾ। ਕਵੀ ਜੀ ਕਹਿੰਦੇ ਇਹੋ ਜਿਹੇ ਬ੍ਰਹਮ ਗਿਆਨੀ ਸਤਿਪੁਰਖਾਂ ਦਾ ਕੁਝ ਕੁ ਚਰਿੱਤਰ ਅਸੀਂ ਤੁਹਾਡੇ ਤਾਈਂ ਦੱਸ ਰਹੇ ਹਾਂ, ਉਹਨਾਂ ਦਾ ਕੌਤਕ ਉਹਨਾਂ ਦੇ ਕਰਤੱਵ ਦੱਸ ਰਹੇ ਹਾਂ। ਜਥਾ ਸਰੂਪ ਸੁਭਾਉ ਭਲੇਰਾ। ਜਿਨ੍ਹਾਂ ਦਾ ਸਰੂਪ ਕਿਹੋ ਜਿਹਾ ਸੀ ਉਹ ਸੁਣ ਲਓ, ਸੁਭਾਅ ਜਿਨ੍ਹਾਂ ਦਾ ਬੜਾ ਸੁੰਦਰ ਸੀ, ਸਰੂਪ ਕਿਹੋ ਜਿਹਾ ਸੀ ਸਰੀਰ ਦਾ। ਹੁਤੀ ਥੂਲਤਾ ਤਨ ਸਭ ਥਾਨਨ। ਕਹਿੰਦੇ ਸਰੀਰ ਬੜਾ ਮੋਟਾ ਸੀ ਉਹਨਾਂ ਦਾ, ਬਾਬਾ ਰਾਮ ਕੌਰ ਜੀ ਦਾ ਬੜਾ ਭਾਰੀ ਸਰੀਰ ਸੀ, ਸਾਰੇ ਬਾਹਾਂ ਲੱਤਾਂ ਬਾਹਾਂ ਪੇਟ ਸਭ ਬੜਾ ਭਾਰਾ ਮੋਟੇ ਸਰੀਰ ਦੇ ਸਨ। ਲੰਬੋਦਰ ਲਿਹੋ ਪਰਖ ਗਜਾਨਨ। ਤੇ ਤਿੰਨਾਂ ਦਾ ਪੇਟ ਕਹਿੰਦੇ ਅੱਗੇ ਨੂੰ ਇਉਂ ਵਧਿਆ ਹੋਇਆ ਸੀਗਾ ਜਿਵੇਂ ਉਹ ਖਾਲਸਾ ਜੀ ਲੰਬੋਦਰ ਕਹਿੰਦੇ ਵਾ, ਗਣੇਸ਼ ਨੂੰ ਹੀ ਲੰਬੋਦਰ ਆਖਿਆ ਜਾਂਦਾ ਵਾ। ਕਹਿੰਦੇ ਲੰਮਾ ਪੇਟ ਸੀਗਾ ਜਿਵੇਂ ਗਣੇਸ਼ ਦਾ ਹੁੰਦਾ, ਗਜਾਨਨ ਗਣੇਸ਼ ਨੂੰ ਕਹਿੰਦੇ ਲੰਬ ਲੰਮਾ ਉਧਰ ਪੇਟ, ਅੱਗੇ ਨੂੰ ਪੇਟ ਗਣੇਸ਼ ਦੇ ਵਾਂਗ ਵਧਿਆ ਹੋਇਆ ਸੀ। ਜਿਨ੍ਹਾਂ ਦਾ ਸਰੀਰ ਬੜਾ ਭਾਰੀ ਵੱਡਾ ਮੋਟਾ ਸੀ। ਸਹਿਜ ਸੁਭਾਇਕ ਬੋਲਣ ਬਨੈ। ਤੇ ਉਹਨਾਂ ਦੇ ਬੈਣ ਸੀ ਜਿਹੜੇ ਉਹ ਸਹਿ ਸੁਭਾਈ ਮੂੰਹੋਂ ਬੋਲਦੇ ਸੀ, ਕੁਝ ਮਿਣ ਤੋਲ ਕੇ ਵਿਚਾਰ ਨਹੀਂ ਸੀ ਮਨ ਵਿੱਚ ਭਾਵ ਕੇ, ਇਹ ਨਹੀਂ ਸੀ ਮੈਂ ਬਣਾ ਸਵਾਰ ਕੇ ਕਿਸੇ ਨੂੰ ਪ੍ਰਸੰਨ ਕਰਨ ਵਾਸਤੇ ਅਸੀਂ ਬੋਲੀਏ, ਜੋ ਮਨ ਵਿੱਚ ਆਇਆ ਉਹੀ ਰਸਨਾ ਦੇ ਰਾਹੀਂ ਬੋਲ ਪ੍ਰਗਟ ਕਰ ਦਿੰਦੇ ਸੀ। ਬੁਰਾ ਕੇ ਭਲਾ ਫੁਰੈ ਤਤ ਛਿਨੈ।
ਕਹਿੰਦੇ ਚਾਹੇ ਉਹ ਬਚਨ ਬੁਰਾ ਹੋਵੇ ਚਾਹੇ ਉਹ ਭਲਾ ਹੋਵੇ, ਜ਼ਬਾਨ ਦੇ ਵਿੱਚੋਂ ਬਚਨ ਜੋ ਦਿਲ ਵਿੱਚ ਉਹੀ ਰਸਨਾ ਤੇ ਰਹਿੰਦਾ ਸੀ। ਇੱਕ ਦਿਨ ਇੱਕ ਰਾਹਕ ਘਰ ਮਾਹੀ, ਕਹਿੰਦੇ ਇੱਕ ਵਾਰੀ ਕਵੀ ਜੀ ਦੱਸਦੇ ਵਾ ਕਿ ਇੱਕ ਜੱਟ ਨੇ ਆਪਦੇ ਘਰ ਦੇ ਵਿੱਚ, ਬਹ ਨਰਕੋ ਭੋਜਨ ਕੀਆ ਖਿਆਹੀ। ਇਹ ਰਾਮਦਾਸ ਦੀ ਘਟਨਾ ਹੈ। ਇੱਕ ਦਿਨ ਇੱਕ ਜ਼ਿਮੀਂਦਾਰ ਜੱਟ ਨੇ ਆਪਦੇ ਘਰ ਦੇ ਵਿੱਚ ਬੜਿਆਂ ਸਾਰਿਆਂ ਦਾ ਜਿਹੜਾ ਭੰਡਾਰਾ ਲੰਗਰ ਜਾਂ ਉਹ ਵਰਜ ਕਰਕੇ ਉਹਨਾਂ ਦਾ ਭੋਜਨ ਕੀਤਾ, ਸਾਰਿਆਂ ਨੂੰ ਆਪਦੇ ਕੋਲ ਸੱਦ ਕੇ ਉਹਨਾਂ ਦੀ ਖਿਆਈ ਕਰਨਾ ਕੀਤੀ। ਰਾਮ ਕੋਇਰ ਕੇ ਢਿਗ ਲੈ ਗਏ, ਤੇ ਉਹ ਸਾਰਿਆਂ ਨੂੰ ਖਿਆਈ ਕੀਤੀ, ਬਰਸੀ ਮਨਾਈ ਕਿਤੇ ਆਪਦੇ ਬਜ਼ੁਰਗ ਮੋਏ ਹੋਏ ਦੀ ਕਿਸੇ ਜੱਟ ਨੇ। ਉਹ ਜਦੋਂ ਸਮਾਨ ਬੜਾ ਬਣਾਇਆ ਸੋਹਣਾ, ਤੇ ਉਹ ਖੀਰ ਦਾ ਥਾਲ ਭਰ ਕੇ ਜਿਹੜਾ ਜੱਟ ਸੀ ਉਹ ਇੱਥੇ ਪਿੰਡ ਡੇਰੇ ਵਿੱਚ ਧੰਨ ਬਾਬਾ ਰਾਮਕੌਰ ਜੀ ਦੇ ਪਾਸ ਲੈ ਆਇਆ। ਪਾਇਸ ਸਿਤਾ ਕ੍ਰਿਤ ਇੱਕ ਮਏ, ਕਹਿੰਦੇ ਬੜਾ ਇੱਕ ਰਸ ਕੀਤਾ ਪਿਆ ਸੀ, ਇੱਕੋ ਰੂਪ ਹੀ ਬਣਾ ਦਿੱਤਾ, ਜਿਹਦੇ ਵਿੱਚ ਖੀਰ ਦੇ ਵਿੱਚ ਬੜਾ ਭਾਰੀ ਘਿਓ ਪਾ ਕਰਕੇ ਰਲਾਇਆ ਹੋਇਆ, ਬੜਾ ਸੁੰਦਰ ਸਵਾਦੀ ਬਣਾਇਆ ਹੋਇਆ ਸੀ। ਖੀਰ ਖੰਡ ਘਿਓ ਰਲਾ ਕੇ ਥਾਲ ਭਰ ਕੇ ਇੱਥੇ ਬਾਬਾ ਰਾਮਕੌਰ ਜੀ ਦੇ ਪਾਸ ਜੱਟ ਜਦ ਲੈ ਕੇ ਆਇਆ, ਜਾਏ ਅਗਾਰੀ ਥਾਲ ਟਿਕਾਵਿਓ। ਇਹਨੇ ਬੜਾ ਬਣਾ ਸਵਾਰ ਕੇ ਉਹ ਥਾਲ ਜਿਹੜਾ ਸੀ ਬਾਬਾ ਰਾਮਕੌਰ ਜੀ ਮਹਾਂਪੁਰਸ਼ਾਂ ਦੇ ਅੱਗੇ ਰੱਖ ਦਿੱਤਾ। ਰੁਚ ਸੋ ਸਵਾਦਲ ਕਰ ਖਵਾਇਬ, ਤੇ ਬਾਬਾ ਰਾਮਕੌਰ ਜੀਓ ਭਰਿਆ ਖੀਰ ਦਾ ਥਾਲ ਜਿਹੜਾ ਸੀ ਬੜੇ ਰੁਚੀ ਦੇ ਨਾਲ, ਬੜੇ ਸਵਾਦ ਦੇ ਨਾਲ, ਘਿਓ ਤੇ ਉਹ ਪਾਇਆ ਹੋਣ ਕਰਕੇ ਬੜਾ ਸਵਾਦੀ ਬਣਿਆ, ਤੇ ਬੜੀ ਰੁਚੀ ਪ੍ਰੇਮ ਦੇ ਨਾਲ ਉਹ ਸਾਰਾ ਥਾਲ ਖੀਰ ਦਾ ਛਕਿਆ। ਜਦ ਪੁਨਹ ਪਾਨ ਕਰ ਸੀਤਲ ਪਾਨੀ, ਬੋੜੋ ਜਲ ਛਕ ਕਰਕੇ ਠੰਡਾ ਹੱਥ ਜਿਹੜੇ ਵਾ ਉਹ ਸੁੱਚੇ ਕਰਕੇ ਤਕੜੇ ਕਰ, ਤੇ ਉਹ ਪ੍ਰੰਤ ਫਿਰ ਇਉਂ ਬੋਲੇ ਆ ਬਾਬਾ ਰਾਮਕੌਰ ਜੀ। ਰਾਹਕ ਸੋ ਤਬ ਬੋਲਿਓ ਬਾਨੀ, ਕਿ ਜੱਟ ਦੇ ਤਾਈ ਬਾਬਾ ਰਾਮਕੌਰ ਜੀ ਇਹ ਬਚਨ ਆਖੇ ਆ, ਨੀਕੋ ਭੋਜਨ ਕਰਕੇ ਲਿਆਏ ਵੋ। ਕਹਿੰਦੇ ਭਾਈ ਜ਼ਿਮੀਂਦਾਰਾ ਬਹੁਤ ਸੋਹਣਾ ਸੁੰਦਰ ਤੂੰ ਭੋਜਨ ਬਣਾ ਕਰਕੇ ਲੈ ਆਇਆ ਹੈ, ਕਾਰਨ ਕਵਨ ਸੋ ਦੇਹੋ ਸੁਨਾਏ ਵੋ। ਪਰ ਸਾਨੂੰ ਦੱਸਣਾ ਕਰ ਵੀ ਇਹ ਭੋਜਨ ਬਣਾਇਆ ਕਿਉਂ ਆ, ਕੀ ਕਾਰਨ ਵਾ, ਕਿਹੜੀ ਗੱਲੋਂ ਆ ਇੰਨਾ ਭੋਜਨ ਤੂੰ ਸਾਡੇ ਵਾਸਤੇ ਲੈ ਆਇਆ ਹੈ। ਹਾਥ ਜੋਰ ਤਿਨ ਕਹਿਓ 부ਝਾਈ, ਉਹ ਜ਼ਿਮੀਂਦਾਰ ਜੱਟ ਨੇ ਹੱਥ ਜੋੜ ਕਰਕੇ ਬੇਨਤੀ ਰੂਪ ਬਾਬਾ ਰਾਮਕੌਰ ਜੀਆਂ ਨੂੰ ਦੱਸਣਾ ਕੀਤਾ। ਫੁਤੋਖ ਆਹ ਭੋਜਨ ਸਮਦਾਈ, ਕਹਿੰਦੇ ਮਹਾਰਾਜ ਮੈਂ ਬੜਿਆਂ ਦਾ ਭੋਜਨ ਕੀਤਾ, ਘਰ ਵਿੱਚ ਬਰਸੀ ਮਨਾਈ ਆਪਦੇ ਮੋਏ ਹੋਏ ਬਜ਼ੁਰਗਾਂ ਦੀ, ਅਗਰ ਆਪ ਕੇ ਪੂਰਬ ਲਿਆਇਓ। ਤੇ ਪਹਿਲਾਂ ਮੈਂ ਉਹਨਾਂ ਨੂੰ ਛਕਾਉਣ ਤੋਂ ਤੁਹਾਡੇ ਪਾਸ ਇਹ ਖੀਰ ਦਾ ਥਾਲ ਭਰ ਕੇ ਲੈ ਕੇ ਆਇਆ ਹਾਂ। ਪਾਇਸ ਸਿਤਾ ਕ੍ਰਿਤ ਜੋ ਖਾਇਓ, ਜਿਹੜਾ ਆਪ ਜੀਆਂ ਉਹ ਖੀਰ ਵਿੱਚ ਘਿਓ ਖੰਡ ਪਾਈ ਹੋਈ ਖਾਦਾ ਹੈ, ਇਹ ਪਹਿਲਾਂ ਤੁਹਾਡੇ ਪਾਸ ਲਿਆਇਆ। ਬਰਸੀ ਮਨਾਈ ਮੈਂ ਆਪਦੇ ਬਜ਼ੁਰਗ ਚੜ੍ਹਾਈ ਕਰ ਗਏ ਦੀ। ਅਧਿਕ ਪ੍ਰਸੰਨ ਹੋਏ ਬਚ ਕਹਿਓ, ਤੇ ਇਹ ਬਾਬਾ ਰਾਮਕੌਰ ਜੀ ਬੜੇ ਖੁਸ਼ ਹੋਏ, ਤੇ ਖੁਸ਼ ਹੋ ਕਰਕੇ ਅੱਗੋਂ ਇਹ ਬਚਨ ਕਹਿ ਦਿੱਤਾ, ਤਿਸ ਮਹਿ ਸਵਾਦ ਹਮ ਹੈ ਬਹ ਲਹਿਓ। ਕਹਿੰਦੇ ਅਸੀਂ ਭਾਈ ਇਹ ਖੀਰ ਦੇ ਵਿੱਚੋਂ ਬੜਾ ਆਨੰਦ ਪ੍ਰਾਪਤ ਕੀਤਾ ਹੈ, ਬਹੁਤ ਸਵਾਦੀ ਜਿਹੜਾ ਵਾ ਭੋਜਨ ਤੂੰ ਸਾਡੇ ਵਾਸਤੇ ਲਿਆਇਆ ਹੈ। ਜਾਂ ਦੇਖਿਆ ਗ੍ਰਾਮ ਮੈਂ ਨੀਤ, ਉਹ ਪਿੱਛੇ ਕਵੀ ਜੀ ਦੱਸਦੇ ਸੀ ਨਾ, ਵਿਚਾਰ ਨਹੀਂ ਭਾਵ ਕੇ ਹਿਰਦੇ ਵਿੱਚ ਕੋਈ ਵਲਛਲ ਨਹੀਂ ਸੀ, ਜੋ ਹਿਰਦੇ ਵਿੱਚ ਹੁੰਦਾ ਬਚਨ ਉਹੀ ਮੂੰਹ ਤੇ ਰਸਨਾ ਵਿੱਚ ਹੁੰਦਾ। ਜਦੇ ਜੱਟ ਕਹਿੰਦਾ ਮਹਾਰਾਜ ਮੈਂ ਉਹ ਬਰਸੀ ਮਨਾਈ ਬਜ਼ੁਰਗਾਂ ਦੀ, ਤੇ ਸੁਦੇ ਸਿੱਧੀ ਮੁਖੋਂ ਬਚਨ ਕੱਢ ਦਿੱਤਾ, ਕਹਿੰਦੇ ਚੰਗਾ ਭਾਈ ਇੱਥੇ ਖਿਆ ਹੁੰਦੇ ਹੀ ਰਹਿਣ, ਨਗਰ ਵਿੱਚ ਬਰਸੀਆਂ ਬਜ਼ੁਰਗਾਂ ਦੀਆਂ ਮਨਾਈਆਂ ਹੀ ਜਾਂਦੀਆਂ ਰਹਿਣ, ਹੋਵਹਿ ਦੇ ਆਹਾਰ ਸਭ ਹੀਤ। ਤੇ ਆ ਬਰਸੀਆਂ ਜੀਆਂ ਮਨਾਉਂਦੇ ਰਹੋ, ਤੇ ਇਹ ਸੋਹਣੀ ਖੀਰ ਬਣਾ ਬਣਾ ਕੇ ਇੱਥੇ ਸਾਡੇ ਵਾਸਤੇ ਲਈ ਆਇਆ ਕਰੋ। ਬਾਕ ਬਦਨ ਤੇ ਏਵ ਬਖਾਨਾ, ਤੇ ਸੁਤੇ ਸਿੱਧੀ ਮਹਾਂਪੁਰਸ਼ਾਂ ਨੇ ਖਾਲਸਾ ਜੀ ਇਹ ਬਚਨ ਆਪਦੇ ਮੁਖ ਵਿੱਚੋਂ ਕੱਢ ਦਿੱਤਾ। ਸਹਿਜ ਸੁਭਾਇਕ ਬ੍ਰਿਤੀ ਸਮਾਨਾ, ਜਿਨ੍ਹਾਂ ਦੀ ਬਿਰਤੀ ਬਿਲਕੁਲ ਇੱਕ ਰਸ ਸਹਿਜ ਸੁਭਾਏ ਬਿਰਤੀ ਸਮਾਨ ਸੀਗੀ, ਜਿਨ੍ਹਾਂ ਦੀ ਕੋਈ ਵਲਛਲ ਨਹੀਂ ਸੀ ਹਿਰਦੇ ਵਿੱਚ। ਤਿਸ ਦਿਨ ਤੇ ਮ੍ਰਿਤ ਨਰ ਹੋਏ ਏਕ, ਤੇ ਕਵੀ ਜੀ ਕਹਿੰਦੇ ਉਸ ਦਿਨ ਤੋਂ ਰੋਜ਼ ਹੀ ਇਸ ਨਗਰ ਵਿੱਚ ਇੱਕ ਪ੍ਰਾਣੀ ਚੜ੍ਹਾਈ ਕਰ ਜਿਆ ਕਰੇ, ਕਿਉਂਕਿ ਇਹਨਾਂ ਦੇ ਬਚਨ ਹੋਏ ਵੀ ਇਉਂ ਹੀ ਭਾਈ ਆ ਚੜ੍ਹਾਈ ਕਰਦੇ ਰਹਿਣ ਤੇ ਖੀਰ ਬਣਦੀ ਰਹੇ। ਸੁਤੇ ਹੀ ਮੁਖੋਂ ਇਹ ਬਚਨ ਨਿਕਲਿਆ, ਤੋ ਇਹ ਰੋਜ਼ ਹੀ ਜਿਹੜਾ ਵਾ ਇੱਕ ਨਰ ਪ੍ਰਾਣੀ ਇਹਨਾਂ ਦੇ ਨਗਰ ਵਿੱਚ ਚੜ੍ਹਾਈ ਕਰ ਜਿਆ ਕਰੇ ਰਮਦਾਸ ਵਿੱਚ। ਗਮਨੇ ਜਮਪੁਰ ਜਬ ਹੈ ਅਨੇਕ, ਜਦੋਂ ਇਹ ਪਿੰਡ ਵਿੱਚੋਂ ਕਾਫੀ ਪ੍ਰਾਣੀ ਚੜ੍ਹਾਈ ਕਰ ਗਏ, ਉਸ ਜਮਪੁਰ ਨੂੰ ਜਮਪੁਰੀ ਨੂੰ ਜਾ ਪਹੁੰਚੇ। ਪਰਿਓ ਗ੍ਰਾਮ ਮਹਿ ਰਾਵਰਾ ਤਬ ਹੂੰ, ਤੇ ਪਿੰਡ ਵਿੱਚ ਬੜਾ ਰੌਲਾ ਪੈਣਾ ਸ਼ੁਰੂ ਹੋ ਗਿਆ ਕਿ ਇਹ ਕੀ ਕਾਰਨ ਬਣਿਆ ਜਿਹੜਾ ਵਾ ਰੋਜ਼ ਦਾ ਇੱਕ ਮਨੁੱਖ ਆਪਣੇ ਪਿੰਡ ਵਿੱਚੋਂ ਚੜ੍ਹਾਈ ਕਰ ਜਾਂਦਾ ਹੈ। ਕਹਾਂ ਭਇਓ ਮਿਲ ਭਾਖੈ ਸਭ ਹੂੰ, ਸਾਰੇ ਰਲ ਮਿਲ ਕਰਕੇ ਜਿੱਥੇ ਵੇਖੋ ਸੱਥਾਂ ਵਿੱਚ ਇਹੀ ਗੱਲਾਂ ਹੁੰਦੀਆਂ ਹਨ।
ਕੌਣ ਗ੍ਰਾਮ ਨੇ ਦੋਸ਼ ਕਮਾਇਓ। ਇਹੋ ਜਿਹਾ ਕਿਹੜਾ ਪਾਪ ਆਪਣੇ ਪਿੰਡ ਨੇ ਕਰ ਲਿਆ ਹੈ ਜਿਹੜਾ ਰੋਜ਼ ਹੀ ਇੱਕ ਮਨੁੱਖ ਚੜ੍ਹਾਈ ਕਰ ਜਾਂਦਾ ਹੈ। ਜਿਸ ਤੇ ਦੁਖਦ ਸਮਾ ਅਸਪ ਆਇਓ। ਐਡਾ ਸਮਾਂ ਕਸ਼ਟ ਦਾ ਸਾਰੇ ਪਿੰਡ ਤੇ ਆਣ ਬਣਿਆ ਹੈ। ਸਭ ਮਹਿ ਤਿਸ ਰਾਹਕ ਨੇ ਕਹਿਓ। ਜਦੋਂ ਉੱਥੇ ਰੌਲਾ ਇਹ ਸੱਥ ਵਿੱਚ ਜਾਂ ਬਾਹਰ ਗੱਲ ਹੁੰਦੀ ਬੜੇ ਲੋਕਾਂ ਵਿੱਚ, ਉੱਥੇ ਜੱਟ ਵੀ ਖੜਾ ਹੋਇਆ ਸੀ ਜਿਹੜਾ ਇਹ ਬਾਬਾ ਰਾਮ ਕੌਰ ਜੀ ਵਾਸਤੇ ਖੀਰ ਲੈ ਕੇ ਗਿਆ। ਇਹ ਜ਼ਮੀਂਦਾਰ ਫਿਰ ਉਹ ਸਾਰਿਆਂ ਦੇ ਵਿੱਚ ਇਉਂ ਬੋਲਿਆ ਹੈ, ਸੁਨਹ ਹੇਤ ਮੈਂ ਇੱਕ ਅਸ ਲਹਿਓ। ਕਹਿੰਦੇ ਮੈਂ ਜਾਣਿਆ ਭਾਈ ਸੁਣੋ ਵੀ ਇਹਦਾ ਕਾਰਨ ਕੀ ਹੈ ਇੰਨੇ ਪ੍ਰਾਣੀ ਚੜ੍ਹਾਈ ਕਰਨ ਦਾ। ਖਿਆਹ ਭਇਓ ਜਿਸ ਦਇਓ ਸਹ ਮਾਰੇ। ਕਹਿੰਦੇ ਮੈਂ ਆਪਦੇ ਬਜ਼ੁਰਗ ਦੀ ਬਰਸੀ ਮਨਾਈ ਸੀ ਪਿੱਛੇ ਜੇ ਕੁਝ ਦਿਨ ਪਹਿਲਾਂ, ਕਰਕੈ ਪਾਇਸ ਸਿਤਾ ਆਹਾਰੇ। ਤੇ ਮੈਂ ਸੋਹਣਾ ਖੀਰ ਵਿੱਚ ਘਿਓ ਖੰਡ ਰਲਾ ਕਰਕੇ ਬੜੀ ਸੁੰਦਰ ਥਾਲ ਸਜਾ ਕਰ, ਨੀਕੇ ਥਾਲ ਵਿਸਾਲ ਪੁਰਾਇਓ। ਵੱਡਾ ਥਾਲ ਭਰ ਕੇ ਚੰਗੀ ਤਰ੍ਹਾਂ ਰਾਮ ਕੋਇਰ ਭਾਈ ਕਹ ਖਵਾਇਓ। ਜਿਹੜੇ ਆਪਣੇ ਨਗਰ ਵਿੱਚ ਮਹਾਂਪੁਰਸ਼ ਬਾਬਾ ਰਾਮ ਕੌਰ ਜੀ ਰਹਿੰਦੇ ਉਹਨਾਂ ਦੇ ਡੇਰੇ ਵਿੱਚ ਉਹਨਾਂ ਦੇ ਪਾਸ ਲੈ ਕੇ ਗਿਆ। ਸਹਿਜ ਸੁਭਾਇਕ ਮੁਖ ਤੇ ਪ੍ਰਾਹੀ। ਉਹਨਾਂ ਖੀਰ ਛਕੀ ਤੇ ਸਹਿਜ ਸੁਭਾਈ ਮੁਖ ਹੋਏ ਮੈਨੂੰ ਬਚਨ ਆਖਿਆ ਸੀ ਹੋਵਹ ਗ੍ਰਾਮ ਵਿਖੈ ਅਨਤ ਖਿਆਹੀ। ਵੀ ਤੂੰ ਇਸ ਗ੍ਰਾਮ ਵਿੱਚ ਬਰਸੀਆਂ ਜਿਹੜੀਆਂ ਮਨਾਈਆਂ ਹੀ ਜਾਂਦੀਆਂ ਰਹਿਣ, ਬਰਸੀਆਂ ਹੀ ਰੋਜ਼ ਬਰਸੀ ਮਨਾਈ ਜਾਵੇ। ਇਹਨਾਂ ਮੈਨੂੰ ਸੁਤੇ ਸੇਧੀ ਇਹ ਬਚਨ ਆਖਿਆ ਸੀ। ਤਿਨ ਕੋ ਬਾਕ ਹੇਤ ਮ੍ਰਿਤ ਕੇਰ। ਕਹਿੰਦੇ ਮੈਂ ਜਾਣਿਆ, ਉਹ ਜੱਟ ਕਹਿੰਦਾ ਇਹ ਸੁਣੋ ਭਾਈ ਸਾਰੇ ਸਿਆਣੇ ਪਤਵੰਤੇ, ਕਿ ਇਹ ਮੈਂ ਜਾਣਿਆ ਵਾ ਵੀ ਉਹ ਮਹਾਂਪੁਰਸ਼ਾਂ ਦੇ ਬਚਨ ਦਾ ਕਾਰਨ ਹੈ ਜਿਹੜਾ ਇੰਨੀਆਂ ਆਪਣੇ ਨਗਰ ਵਿੱਚ ਮੌਤਾਂ ਹੋ ਰਹੀਆਂ ਹਨ। ਕਰ ਉਪਚਾਰ ਲੈ ਹੋ ਬਰ ਫੇਰ। ਕਹਿੰਦੇ ਆ ਇਹ ਵੀ ਹੈ ਵੀ ਕੋਈ ਹੱਲ ਕਰੋ ਇਹਦਾ। ਸਿਆਣੇ ਕਹਿੰਦੇ ਇਹਦਾ ਹੱਲ ਕਰੋ ਭਾਈ, ਕੋਈ ਇਹਦਾ ਇਹ ਬਚਨ ਫੇਰ ਲਈਏ ਆਪਾਂ, ਮਹਾਂਪੁਰਸ਼ਾਂ ਦੇ ਪਾਸੋਂ ਦਿੱਤਾ ਹੋਇਆ ਬਚਨ ਵਾਪਸ ਮੜਵਾਈਏ ਕਿਸੇ ਤਰ੍ਹਾਂ। ਸੁਨ ਸਭ ਲੋਕਨ ਜਾਨੀ ਜਬ ਹੂੰ। ਤੇ ਸਾਰਿਆਂ ਇਹ ਗੱਲ ਜਦੋਂ ਜਾਣੀ ਹੈ, ਸਾਰਿਆਂ ਲੋਕਾਂ ਸੁਣ ਕੇ ਵੀ ਇਹ ਤਾਂ ਬਾਬਾ ਰਾਮ ਕੌਰ ਜੀ ਦੇ ਬਚਨ ਹੋਏ ਆ ਸਾਰੇ ਪਿੰਡ ਨੂੰ। ਭੋਜਨ ਭਲੋ ਬਨਾਇਆ ਤਬ ਹੂੰ। ਇਹਨਾਂ ਵਿਚਾਰ ਕੀਤੀ ਵੀ ਫਿਰ ਆਪਾਂ ਉਹਨਾਂ ਦਾ ਬਚਨ ਫੇਰ ਲਈਏ। ਇਹਨਾਂ ਸਾਰੇ ਪਿੰਡ ਨੇ ਸੋਹਣਾ ਭੋਜਨ ਤਿਆਰ ਕੀਤਾ ਭਾਉ ਅਧਿਕ ਤੇ ਲੈ ਕਰ ਗਏ। ਤੇ ਬੜੇ ਪਿਆਰ ਸ਼ਰਧਾ ਦੇ ਨਾਲ ਫਿਰ ਸਾਰਾ ਪਿੰਡ ਇਕੱਠਾ ਹੋ ਕੇ ਸੋਹਣਾ ਭੋਜਨ ਤਿਆਰ ਕਰ ਬਾਬਾ ਰਾਮ ਕੌਰ ਜੀਆਂ ਦੇ ਪਾਸ ਲੈ ਕਰਕੇ ਗਏ ਆ। ਜਿਸ ਅਸਥਾਨ ਬਿਰਾਜਤ ਭਏ। ਇੱਥੇ ਜਿੱਥੇ ਬਾਬਾ ਰਾਮ ਕੌਰ ਜੀ ਡੇਰੇ ਵਿੱਚ ਬਿਰਾਜਮਾਨ ਹੋ ਰਹੇ ਆ, ਬਿਨਾ ਠਾਣ ਅਚਵਾਏ ਆਹਾਰਾ। ਇਹਨਾਂ ਦੋਵੇਂ ਹੱਥ ਜੋੜ ਕੇ ਸਾਰਿਆਂ ਬੇਨਤੀ ਕੀਤੀ ਤੇ ਸਤਿਪੁਰਖਾਂ ਨੂੰ ਭੋਜਨ ਛਕਣ ਵਾਸਤੇ ਆਖਿਆ। ਨਾਨਾ ਰਸ ਮੈਂ ਸਵਾਦ ਉਦਾਰਾ। ਜਿਸ ਭੋਜਨ ਦਾ ਨਾਨਾ ਪ੍ਰਕਾਰ ਦਾ ਭੋਜਨ ਬਣਿਆ ਸੀ, ਬੜਾ ਸੁੰਦਰ ਸਵਾਦ ਬਣਾਇਆ ਹੋਇਆ ਭੋਜਨ ਸਭ ਉਹ ਇਸ ਪ੍ਰਕਾਰ ਬੇਨਤੀ ਕਰਦੇ ਆ, ਮਹਾਰਾਜ ਛਕਣਾ ਕਰੋ। ਹਾਥ ਜੋਰ ਠਾਂਡੇ ਢਿਗ ਰਹੇ। ਇਹ ਮਹਾਂਪੁਰਸ਼ ਛਕਣ ਲੱਗ ਪਏ ਤੇ ਸਾਰਾ ਨਗਰ ਦੋਵੇਂ ਹੱਥ ਜੋੜ ਕੇ ਸਤਿਪੁਰਖਾਂ ਦੇ ਪਾਸ ਖੜਿਆ ਰਿਹਾ ਭਾਈ ਰਾਮ ਕੌਰ ਜੀਆਂ ਦੇ। ਅਚ ਭੋਜਨ ਭਾਈ ਬਚ ਕਹੇ। ਤੇ ਸਾਰਾ ਭੋਜਨ ਛਕਿਆ ਜਦ ਬਾਬਾ ਰਾਮ ਕੌਰ ਜੀਆਂ ਤੇ ਫਿਰ ਅੱਗੋਂ ਇਹ ਬਾਬਾ ਰਾਮ ਕੌਰ ਜੀਆਂ ਬਚਨ ਕਹੇ ਪਿੰਡ ਵਾਲਿਆਂ ਤਾਈਂ। ਕਿਸ ਕਾਰਨ ਤੇ ਰੁਚਿਰ ਆਹਾਰਾ। ਕਹਿੰਦੇ ਦੱਸੋ ਭਾਈ ਆ ਸੋਹਣਾ ਪ੍ਰਸ਼ਾਦਾ ਪਾਣੀ ਤੁਸੀਂ ਸਾਡੇ ਵਾਸਤੇ ਕਿਉਂ ਬਣਾ ਕਰਕੇ ਲੈ ਆਏ ਹੋ? ਕਰ ਅਚਵਾਏ ਬੋ ਸਵਾਦ ਉਦਾਰਾ। ਬੜੀ ਸ਼ਰਧਾ ਨਾਲ ਤੁਸੀਂ ਸਵਾਦ ਖੁੱਲਾ ਇਹ ਪ੍ਰਸ਼ਾਦਾ ਸਾਨੂੰ ਛਕਾਉਣਾ ਕੀਤਾ ਭੋਜਨ। ਰਾਹਕ ਸੁਨਤ ਗਿਰਾ ਮੁਖ ਪ੍ਰਾਹੀ। ਇਹ ਜਿਹੜਾ ਜ਼ਿਮੀਂਦਾਰ ਖੜਾ ਸੀ ਪਹਿਲਾਂ ਆਇਆ ਹੋਇਆ ਉਹ ਬੋਲਿਆ ਦੋਵੇਂ ਹੱਥ ਜੋੜ ਕਰਕੇ, ਸ਼ਾਦੀ ਹੁਤੀ ਗ੍ਰਾਮ ਕੇ ਮਾਹੀ। ਕਹਿੰਦਾ ਮਹਾਰਾਜ ਨਗਰ ਵਿੱਚ ਪਿੰਡ ਵਿੱਚ ਵਿਆਹ ਹੋਇਆ, ਸ਼ਾਦੀ ਹੋਈ ਆ ਤਾਂ ਤੁਹਾਡੇ ਵਾਸਤੇ ਭੋਜਨ ਲੈ ਆਏ ਹਾਂ। ਜਾਂ ਤੇ ਰੁਚਿਰ ਆਹਾਰ ਅਚਾਵਾ। ਉਥੇ ਬੜਾ ਸੁੰਦਰ ਭੋਜਨ ਤਿਆਰ ਕੀਤਾ ਸੀ ਸ਼ਾਦੀ ਵਿਆਹ ਵਾਸਤੇ, ਇਸ ਕਰਕੇ ਉਹ ਮਹਾਰਾਜ ਭੋਜਨ ਸਵਾਦ ਜਿਹੜਾ ਸੀ ਪਹਿਲਾਂ ਤੁਹਾਡੇ ਪਾਸ ਲੈ ਕਰਕੇ ਆਏ ਹਾਂ। ਤੁਮ ਤੇ ਚਾਹਤ ਸੁਖ ਉਪਜਾਵਾ। ਅਸੀਂ ਮਹਾਰਾਜ ਚਾਹੁੰਦੇ ਆ ਤੁਹਾਥੋਂ ਸਾਨੂੰ ਸੁਖ ਪ੍ਰਾਪਤ ਹੋਵੇ, ਸਾਨੂੰ ਸੁਖ ਮਿਲਦਾ ਹੈ ਤੁਹਾਥੋਂ, ਇਸ ਕਰਕੇ ਤੁਹਾਡੀ ਸੇਵਾ ਵਿੱਚ ਪਿੰਡ ਨਗਰ ਸਾਰਾ ਹਾਜ਼ਰ ਹੋਇਆ ਹੈ। ਬੇਹਸ ਕਹਿਓ ਉੱਤਮ ਵਰਤ ਨਾ। ਤੇ ਇਸ ਪ੍ਰਕਾਰ ਖਾਲਸਾ ਜੀ ਸੁਤੇ ਸਿੱਧ ਹੀ ਜਿਹੜਾ ਵਾ ਉਹ ਇਹਨਾਂ ਹੱਸ ਪਏ ਫਿਰ ਬਾਬਾ ਰਾਮ ਕੌਰ ਜੀ ਹੱਸ ਕਰਕੇ ਫਿਰ ਸੁਤੇ ਸਿੱਧੀ ਇਹ ਬਚਨ ਕਰ ਦਿੱਤਾ ਨਗਰ ਵਾਲਿਆਂ ਨੂੰ। ਭੋਜਨ ਅਚਿਓ ਸਵਾਦ ਕੈ ਸਨੇ। ਕਹਿੰਦੇ ਹਾਂ ਬਹੁਤ ਜਿਹੜਾ ਵਾ ਅਸੀਂ ਭੋਜਨ ਛਕਿਆ ਵਾ, ਜਿਹੜਾ ਸਵਾਦ ਦੇ ਸਹਿ ਤੇ ਜਿਹੜਾ ਭੋਜਨ ਤੁਸੀਂ ਸਾਨੂੰ ਛਕਾਇਆ ਹੈ। ਜਾਂ ਤੇ ਗ੍ਰਾਮ ਵਿਖੈ ਨਿਤ ਸ਼ਾਦੀ। ਤੇ ਇਹੋ ਜਿਹਾ ਭੋਜਨ ਛਕਾਉਂਦੇ ਹੀ ਰਹੋ, ਇਸ ਪਿੰਡ ਵਿੱਚ ਭਾਈ ਰੋਜ਼ ਹੀ ਸ਼ਾਦੀ ਵਿਆਹ ਹੁੰਦਾ ਰਹੇ। ਹੋਏ ਆਗੈ ਨਿਤ ਕਰਹ ਆਬਾਦੀ। ਤੇ ਅੱਗੇ ਆਬਾਦੀ ਵੱਧਦੀ ਰਵੇ, ਬਾਲ ਬੱਚੇ ਵੱਧਦੇ ਰਹਿਣ ਤੇ ਇਸੇ ਤਰ੍ਹਾਂ ਹੀ ਜਿਹੜਾ ਵਾ ਖੀਰ
ਪ੍ਰਸ਼ਾਦ ਕੜਾ ਤੁਸੀਂ ਇੱਥੇ ਸੇਵਾ ਵਿੱਚ ਸਿੱਖਾਂ ਦੀ ਤੇ ਇਸ ਪ੍ਰਕਾਰ ਡੇਰੇ ਵਿੱਚ ਲੈ ਲੈ ਕੇ ਆਉਂਦੇ ਰਹੋ। ਇਹ ਖਾਲਸਾ ਜੀ ਖੁਸ਼ ਹੋ ਕੇ ਬਾਬਾ ਰਾਮਕੁਇਰ ਜੀਆਂ ਫਿਰ ਇਹਨਾਂ ਨੂੰ ਵਰ ਦਿੱਤਾ। ਕਹਿੰਦੇ ਸੀ ਮਹਾਰਾਜ ਇਹ ਤਾਂ ਭੋਜਨ ਬਣਾਇਆ ਕਿ ਸਾਡੇ ਨਗਰ ਵਿੱਚ ਸ਼ਾਦੀ ਅੱਜ ਹੋਈ ਵੈ, ਇਸ ਕਰਕੇ ਬਣਾਇਆ। ਕੋਈ ਵਲਛਲ ਨਹੀਂ। ਬਾਬਾ ਰਾਮਕੁਇਰ ਦੀ ਸੋਚ ਸਮਝ ਕੇ ਇਹ ਨਹੀਂ ਮੁਖੇ ਸੁਤੇ ਹੀ ਬਚਨ ਕਰ ਦਿੱਤੇ ਕਿ ਭਾਈ ਇੱਥੇ ਬਰਾਤਾਂ ਜਿਹੜੀਆਂ ਇੱਥੋਂ ਚੜ੍ਹਦੀਆਂ ਰਹਿਣ ਤੇ ਬਰਾਤਾਂ ਚੜ ਆਉਂਦੀਆਂ ਰਹਿਣ। ਇਸੇ ਪ੍ਰਕਾਰ ਆਬਾਦੀ ਵੱਧਦੀ ਰਹੇ, ਬਾਲ ਬੱਚੇ ਜਨਮਦੇ ਰਹਿਣ, ਖੁਸ਼ੀ ਦੇ ਮਾਹੌਲ ਬਣੇ ਹੀ ਰਹਿਣ। ਖਾਲਸਾ ਜੀ ਸੁਤੇ ਸਿੱਧ ਬਚਨ ਕਰ ਦਿੱਤਾ ਜਦ ਬਾਬਾ ਰਾਮਕੁਇਰ ਜੀਆਂ ਨੇ। ਸੁਣ ਕੈ ਸਭੇ ਨਮੋ ਕੀ ਆਨ। ਸਾਰਿਆਂ ਨੇ ਬਾਬਾ ਰਾਮਕੁਇਰ ਜੀਆਂ ਦੇ ਚਰਨਾਂ ਤੇ ਫਿਰ ਦੋਵੇਂ ਹੱਥ ਜੋੜ ਮੱਥਾ ਟੇਕਿਆ ਹੈ। ਮ੍ਰਿਤ ਕਨ ਮਨਹਾ ਅਮੀ ਪਿਆ ਸਰਾਣ। ਇਉਂ ਮਾਨੋ ਜਿਵੇਂ ਮਰੇ ਦੇ ਮੂੰਹ ਵਿੱਚ ਅੰਮ੍ਰਿਤ, ਕੰਨਾਂ ਰਾਹੀਂ ਅੰਮ੍ਰਿਤ ਪੈ ਗਿਆ ਹੋਵੇ, ਮਰੇ ਦੇ ਵਿੱਚ ਜਾਨ ਪੈ ਜਾਂਦੀ। ਇਹਨਾਂ ਦੇ ਸਾਹ ਸੁੱਕੇ ਸੀ, ਰੋਜ਼ ਹੀ ਇੱਕ ਚੜਾਈ ਕਰ ਜਾਂਦਾ ਸੀ। ਜਦ ਹੀ ਮਹਾਂਪੁਰਸ਼ਾਂ ਨੇ ਵਚਨ ਕੀਤਾ ਵੀ ਹੁਣ ਰੋਜ਼ ਹੀ ਭਾਈ ਬਰਾਤਾਂ ਚੜ੍ਹਦੀਆਂ ਰਹਿਣ, ਚੜ੍ਹ ਕੇ ਆਉਂਦੀਆਂ ਰਹਿਣ, ਐਸੇ ਬਚਨ ਕੀਤੇ ਸਾਰਾ ਨਗਰ ਬੜੀ ਖੁਸ਼ੀ ਮਨਾਉਂਦਾ ਹੈ। ਤੋ ਬਾਬਾ ਰਾਮਕੁਇਰ ਜੀਆਂ ਦੇ ਚਰਨਾਂ ਵਿੱਚ ਮੱਥੇ ਟੇਕਦਾ ਹੈ। ਹਰਖਤ ਭਏ ਮ੍ਰਿਤੂ ਡਰ ਬੀਤਾ। ਕਿਉਂਕਿ ਮੌਤ ਦਾ ਡਰ ਬੀਤ ਗਿਆ, ਸਾਰੇ ਹੀ ਬੜੇ ਖੁਸ਼ ਹੁੰਦੇ ਹਨ। ਹੋਣ ਲੱਗੀ ਸ਼ਾਦੀ ਮੁਦ ਚੀਤਾ। ਮਹਾਂਪੁਰਸ਼ਾਂ ਦਾ ਇਹੋ ਜਿਹਾ ਬਚਨ ਹੋਇਆ, ਰੋਜ਼ ਹੀ ਆਨੰਦ ਸਹਿਤ ਨਿਤਾ ਪ੍ਰਤੀ ਫਿਰ ਇੱਥੇ ਨੇਤੀ ਬਰਾਤ ਚੜਿਆ ਕਰੇ ਜਾਂ ਚੜ ਕੇ ਆਇਆ ਕਰੇ। ਇਸ ਪ੍ਰਕਾਰ ਸ਼੍ਰੀ ਮੁਖ ਤੇ ਜੈਸੇ ਆਪਣੇ ਸ਼੍ਰੀ ਕੰਠ ਤੋਂ ਜਿਹੜਾ ਇਹਨਾਂ ਬਚਨ ਕੀਤਾ ਸੀ। ਨਿਕਸਹਿ ਫੁਰਹਿ ਸੋ ਤਤ ਛਿਨ ਤੈਸੇ। ਕਵੀ ਜੀ ਕਹਿੰਦੇ ਜਿਹੜਾ ਬਚਨ ਕਰਦੇ ਸੀ ਤਤ ਛਿਣ ਤੁਰੰਤ ਹੀ ਫੁਰ ਜਾਂਦਾ ਸੀ, ਉਹ ਸਤ ਹੋ ਜਾਂਦਾ ਸੀ ਜਿਹੜਾ ਬਚਨ ਮੂੰਹੋਂ ਕਰਦੇ ਸਨ। ਟਹਿਲ ਕਰਨ ਮਹਿ ਰਾਮਾ ਦਾਸ। ਤੇ ਇਸ ਪ੍ਰਕਾਰ ਫਿਰ ਇਹ ਇਹੋ ਜਿਹੇ ਸਨ ਰਾਮ ਦੇ ਦਾਸ। ਤੋ ਟਹਿਲ ਕਰਨ ਦੇ ਵਿੱਚ ਰਾਮਾ ਨਾਮ ਦਾ ਇਹਨਾਂ ਦਾ ਸਿੱਖ ਸੇਵਕ ਸੀਗਾ, ਭਾਈ ਰਾਮਕੁਇਰ ਜੀ ਦੇ ਪਾਸ ਰਹਿੰਦਾ ਸੀ, ਜਿਨ੍ਹਾਂ ਦਾ ਨਾਮ ਰਾਮਾ ਹੈ। ਨਿਤ ਪ੍ਰਤ ਸੇਵਤ ਰਹੇ ਸੋ ਪਾਸ। ਉਹ ਸਦਾ ਨਾਲ ਪਾਸ ਰਹਿੰਦਾ ਸੀ ਚਰਨਾਂ ਵਿੱਚ। ਧੰਨ ਬਾਬਾ ਰਾਮਕੁਇਰ ਜੀ ਮਹਾਂਪੁਰਸ਼ਾਂ ਦੇ ਤੇ ਪਾਸ ਚਰਨਾਂ ਵਿੱਚ ਰਿਹਾ ਕਰ, ਇੱਥੇ ਰਹਿ ਕਰਕੇ ਬੜੀ ਇਸਨੇ ਸੇਵਾ ਕੀਤੀ। ਤੋ ਇਸੇ ਪ੍ਰਕਾਰ ਖਾਲਸਾ ਜੀ ਧੰਨ ਬਾਬਾ ਰਾਮਕੁਇਰ ਜੀਆਂ ਦਾ ਪ੍ਰਸੰਗ ਜਿਹੜਾ ਆਪਦੀਆਂ ਸ਼ਰਵਣ ਕੀਤਾ ਹੈ। ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋ ਬੰਦੇ। ਇਹੋ ਜਿਹੇ ਪੂਰੇ ਸੂਰੇ ਸਤਿਪੁਰਖ ਸਨ। ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ ਵਿੱਚੋਂ ਤਿੰਨਾਂ ਦੇ ਬਾਬਾ ਬੁੱਢਾ ਸਾਹਿਬ ਜੀ ਦੇ ਪੋਤਰੇ ਦੇ ਅੱਗੇ ਖਾਲਸਾ ਜੀ ਪੋਤਰੇ ਸਨ, ਭਾਵ ਕੇ ਕਰੀਬ ਖਾਲਸਾ ਜੀ 10ਵੀਂ ਵੰਸ਼ ਸੀਗੀ ਬਾਬਾ ਬੁੱਢਾ ਸਾਹਿਬ ਜੀਆਂ ਦੀ 10ਵੀਂ ਵੰਸ਼। ਤੋ ਇਹੋ ਜਿਹੇ ਖਾਲਸਾ ਜੀ ਬ੍ਰਹਮ ਗਿਆਨੀ ਸਤਿਪੁਰਖਾਂ ਨੇ ਫਿਰ ਇਹ ਇਤਿਹਾਸ ਪਤਾ ਹੀ ਵੈ ਪਿੱਛੇ ਆਪ ਜੀਆਂ ਸ਼ਰਵਣ ਕੀਤਾ। ਜਦੋਂ ਸਿੱਖਾਂ ਬੇਨਤੀ ਕੀਤੀ 13 ਸਿੰਘਾਂ ਨੇ ਆ ਕੇ ਨੰਦੇੜ ਸਾਹਿਬ ਤੋਂ ਸਾਨੂੰ ਇਤਿਹਾਸ ਸੁਣਾਓ। ਬਾਬਾ ਰਾਮਕੁਇਰ ਜੀ ਖਾਲਸਾ ਜੀ ਆਪਦੀ ਬਿਰਤੀ ਉੱਥੇ ਲੈ ਗਏ ਸੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਹੋਇਆ। ਇੰਨਾ ਸਮਾਂ ਪਿੱਛੇ ਲੈ ਗਏ, ਬਿਰਤੀ ਸਾਰਾ ਇਤਿਹਾਸ ਹੀ ਐਂ ਸੁਣਾ ਦਿੱਤਾ ਜਿਵੇਂ ਕੋਲ ਬੈਠੇ ਹੋਣ। ਕਿਉਂਕਿ ਬਾਬਾ ਬੁੱਢਾ ਸਾਹਿਬ ਜੀਆਂ ਦਾ ਹੀ ਖਾਲਸਾ ਜੀ ਰੂਪ ਸਨ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਹੁਕਮ ਹੋਇਆ ਸੀ ਕਿ ਅਸੀਂ ਤੁਹਾਥੋਂ ਕਦੇ ਓਲੇ ਨਹੀਂ ਹੋਵਾਂਗੇ, ਤੁਹਾਥੋਂ ਓਲੇ ਕਦੇ ਨਾ ਹੋਸਾਂ। ਹੇ ਬਾਬਾ ਜੀ ਅਸੀਂ ਤੁਹਾਥੋਂ ਕਦੇ ਓਲੇ ਨਹੀਂ ਹੋਵਾਂਗੇ। ਤੋ ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਦਾ ਹੀ ਖਾਲਸਾ ਜੀ ਸਰੂਪ ਸਨ, ਧੰਨ ਬਾਬਾ ਰਾਮਕੁਇਰ ਜੀ। ਇਸ ਕਰਕੇ ਸਤਿਗੁਰਾਂ ਦਾ ਸਰੂਪ ਇਤਿਹਾਸ ਬਾਬਾ ਰਾਮਕੁਇਰ ਜੀਆਂ ਤੋਂ ਕਿੱਥੇ ਛੁਪਿਆ ਹੋਇਆ ਸੀ। ਇਹ ਪਾਵਨ ਪਵਿੱਤਰ ਇਤਿਹਾਸ ਆਪ ਜੀਆਂ ਪਈ ਸ਼ਰਵਣ ਕੀਤਾ ਹੈ। ਅੱਗੇ ਜਿਵੇਂ ਜਿਵੇਂ ਖਾਲਸਾ ਜੀ ਪ੍ਰਸੰਗ ਆਵੇਗਾ, ਇਸ ਤੋਂ ਬਾਅਦ ਫਿਰ ਬਾਬਾ ਰਾਮਕੁਇਰ ਜੀਆਂ ਜਿਵੇਂ ਫਿਰ ਉਹ ਕਥਾ ਜਿਹੜੀ ਪ੍ਰਸੰਗ ਆਰੰਭ ਕੀਤਾ ਸੀਗਾ ਕਿ ਜਿਵੇਂ ਜਿਵੇਂ ਉਹ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਥਾ ਇਹਨਾਂ ਪਹਿਲਾਂ ਸੁਣਾਈ ਸੀ ਕਿ ਉਹ ਕੁਝ ਕੁ ਪ੍ਰਸੰਗ ਇੱਥੇ ਆਵੇਗਾ। ਉਸ ਤੋਂ ਬਾਅਦ ਸਿੱਖਾਂ ਬੇਨਤੀ ਕੀਤੀ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸ ਸੁਣਾਓ। ਉਹ ਬਾਬਾ ਬੁੱਢਾ ਸਾਹਿਬ ਜੀ ਦਾ ਕੁਝ ਪ੍ਰਸੰਗ ਆਵੇਗਾ। ਫਿਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਦਾ ਇਤਿਹਾਸ ਪ੍ਰਾਰੰਭ ਹੋ ਜਾਵੇਗਾ। ਇਹ ਜਿਵੇਂ ਜਿਵੇਂ ਭਾਈ ਅੱਗੇ ਇਹ ਲੜੀਵਾਰ ਇਤਿਹਾਸ ਆ ਰਹੇ ਆ, ਸਭ ਸੰਗਤਾਂ ਭਾਈ ਮਨ ਚਿਤ ਬਿਰਤੀਆਂ ਕਾਗਰ ਕਰਕੇ ਸਮਾਂ ਖਾਲਸਾ ਜੀ ਸਮੇਂ ਚੋਂ ਸਮਾਂ ਕੱਢ ਕਰਕੇ ਆਪਣਾ ਜੀਵਨ ਸਫਲਾ ਕਰੋ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਆਪ ਦੇ ਸਭ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਸਮਤ ਬਖਸ਼ਿਸ਼ ਕਰਨ। ਬੇਅੰਤ ਭੁੱਲਾਂ ਬੁੱਧੀ ਤੁੱਛ ਹੈ, ਗਰੀਬ ਨਵਾਜ ਬਖਸ਼ ਲੈਣਾ ਸੱਚੇ ਪਾਤਸ਼ਾਹ ਮਹਾਰਾਜ ਜੀ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਸ ਪ੍ਰਕਾਰ ਸ਼੍ਰੀ ਮੁਖ ਤੇ ਜੈਸੇ ਨਿਕਸਹਿ ਫੁਰਹਿ ਸੋ ਤਤ ਛਿਨ ਤੈਸੇ। ਟਹਿਲ ਕਰਨ ਮਹਿ ਰਾਮਾ ਦਾਸ, ਨਿਤ ਪ੍ਰਤ ਸੇਵਤ ਰਹੇ ਸੋ ਪਾਸ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ਼ ਹੈ ਪੂਰਨ ਹੈ ਸਰਬ ਮਹਿ ਦੁਖ ਭੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੈ ਅਪਰੰਪਰ ਹਰ ਹਰੇ ਹੈ ਪੀ ਹੋਵਨਹਾਰ हे संतह कह सदा संग निधारा ਆਧਾਰ हे ठाकुर हौ दास रो मैं निर्गुण गुण नहीं ਕੋਈ नानक दीजै नाम दान राखो हिय ਪਰੋਏ आए प्रभ शरणागति कृपा निध ਦਇਆਲ एक अखर हर मन बसत नानक होत ਨਿਹਾਲ कथा निता प्रत होत है सुनह सो ਸਿੰਘ सिंह ਸੁਜਾਨ नानक गुरु गोबिंद सिंह जी सदा करहै ਕਲਿਆਣ वाहिगुरु नाम जहाज है चढ़े सो उतरे ਪਾਰ जो सरधा कर सेवंदे वाहिगुरु पार ਉਤਾਰਨਹਾਰ जो सरधा कर सेवंदे वाहिगुरु पार उतारनहार। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।